ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਦਾ ਕੋਈ ਪਿੰਡ ਆ ਅਸਨਸੋਤ ਕਰਕੇ, ਮੈਨੂੰ ਪੂਰਾ ਨਾਮ ਚੰਗੀ ਤਰ੍ਹਾਂ ਸੁਣਾਈ ਨਹੀਂ ਦਿੱਤਾ, ਜਿਹਦੇ ਵਿੱਚ ਜੱਟਾਂ ਵੱਲੋਂ ਇਕੱਠੇ ਹੋ ਕੇ ਇਕੱਤਰਤ ਹੋ ਕੇ ਤੇ ਗਰੀਬ ਮਜ਼ਦੂਰਾਂ ਵਾਸਤੇ ਝੋਨਾ ਲਵਾਉਣ ਵਾਸਤੇ ਜੋ ਮਤਾ ਪਾਸ ਕੀਤਾ ਆ, ਉਹ ਇੱਕ ਤੁਗਲਕੀ ਫਰਮਾਨ ਹੈ। ਮਜ਼ਦੂਰ ਆਪਣੇ ਘਰੋਂ ਰੋਟੀ ਲੈ ਕੇ ਆਵੇਗਾ, ਉਹਨੂੰ 300 ਰੁਪਇਆ ਦਿਹਾੜੀ ਦਿੱਤੀ ਜਾਵੇਗੀ ਤੇ ਜਿਹੜਾ ਇੱਥੇ ਆਣ ਕੇ ਰੋਟੀ ਖਾਏਗਾ ਉਹਨੂੰ 2 ਟਾਈਮ ਰੋਟੀ, 1 ਟਾਈਮ ਰੋਟੀ ਤੇ ਉਸ ਨੂੰ 250 ਰੁਪਇਆ ਦਿਹਾੜੀ ਦਿੱਤੀ ਜਾਵੇਗੀ। ਮੈਨੂੰ ਤੁਸੀਂ ਇੱਕ ਇਸ ਗੱਲ ਦਾ ਜਵਾਬ ਮੈਂ ਆਪ ਜੀ ਦੇ ਕੋਲੋਂ ਲੈਣਾ ਚਾਹੁੰਦਾ ਆ। ਸਿੱਖ ਸੰਗਤ ਜੀ, ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਹ ਫਰਮਾਨ ਜਾਰੀ ਕੀਤਾ, ਸਿਰ ਦੇ ਉੱਤੇ ਪੱਗ ਬੰਨੀ ਆ, ਇਹਨਾਂ ਦੇ ਉੱਤੇ ਫਤਿਹ ਗੁਜਾ ਰਹੇ ਆ ਔਰ ਫਰਮਾਨ ਵਿਪਰ ਦੇ ਰਾਹ ਦੇ ਉੱਤੇ ਚੱਲਦੇ ਹੋਏ ਜਾਰੀ ਕਰ ਰਹੇ ਆ। ਇਹ ਲੋਕ ਸਿੱਖਾਂ ਵਰਗੇ ਦਿਖਣ ਵਾਲੇ ਦਿਖਦੇ ਸਿੱਖ ਆ, ਸਿਰਫ ਔਰ ਸਿਰਫ ਗੋਲਕਾਂ ਤੇ ਚੌਧਰਾ ਸਾਂਭਣ ਵਾਸਤੇ ਇਹ ਸਿੱਖ ਬਣੇ ਆ। ਅਦਰਵਾਈਜ਼ ਇਹ ਸਿੱਖੀ ਦੀ ਪ੍ਰੈਕਟਿਸ ਨਹੀਂ ਕਰ ਰਹੇ ਆ, ਸਿੱਖੀ ਸਿਧਾਂਤਾਂ ਨੂੰ ਫੋਲੋ ਨਹੀਂ ਕਰ ਰਹੇ ਆ, ਪ੍ਰੈਕਟਿਸ ਤੇ ਇਹ ਕਰ ਰਹੇ ਆ ਹਿੰਦੂਆਂ ਦੀ। ਇਹ ਲੋਕ ਗੁਰੂ ਸਾਹਿਬਾਨਾਂ ਨਾਲੋਂ ਵੱਡੇ ਹੋ ਗਏ। ਗੁਰੂ ਸੰਗਤ ਜੀ, ਇਹ ਲੋਕ ਗੁਰੂ ਸਾਹਿਬਾਨਾਂ ਨਾਲੋਂ ਵੱਡੇ ਹੋ ਗਏ। ਗੁਰੂ ਸਾਹਿਬ ਨੇ ਆਪਣੇ ਪਰਿਵਾਰ ਵਾਰ ਕੇ ਸੰਗਤ ਪੰਗਤ ਬਾਟਾ ਸਰੋਵਰ ਇੱਕ ਕਰਕੇ ਗਏ ਆ, ਇਹ ਬਾਟੇ 2-2 ਕਰੀ ਜਾ ਰਹੇ ਆ। ਇਹ ਕਿਆ ਗੁਰੂ ਸਾਹਿਬਾਨਾਂ ਨਾਲੋਂ ਵੱਡੇ ਹੋ ਗਏ? कोई किसी को राज न दे है, जो ले है निज बल से ले है। निज बल का मतलब ये नहीं है कि असं हथियार चुकने, निज बल का ये है मतलब ये है भी तुम एकता करो, भारत के मूल निवासियों एकता करो। असल गुरु के असल सिखो ਜਿਹੜੇ ਜਾत पात ਨੂੰ नहीं मानते वो एकता करन, ਇਹਨਾਂ ਲੋਕਾਂ ਦਾ ਬਾਈਕਾਟ ਕਰਨ, ਜਿਹੜੇ ਅਖਬਾਰਾਂ ਦੇ ਵਿੱਚ ਆਪਣੇ ਧੀਆਂ ਪੁੱਤਾਂ ਦੇ ਰਿਸ਼ਤੇ ਕਰਨ ਵਾਸਤੇ ਐਡ ਲਾਉਂਦੇ ਆ। ਅੰਮ੍ਰਿਤਧਾਰੀ ਜੱਟ ਸਿੱਖ ਲੜਕੇ ਵਾਸਤੇ ਰਿਸ਼ਤਾ ਚਾਹੀਦਾ। ਦੱਸੋ, ਸ਼ਰਮ ਹੋਣੀ ਚਾਹੀਦੀ ਹੈ ਇਦਾਂ ਦੇ ਲੋਕਾਂ ਨੂੰ। ਆਪਣੇ ਧੀਆਂ ਪੁੱਤਾਂ ਦੇ ਰਿਸ਼ਤੇ ਕਰ, ਪ੍ਰਚਾਰ ਖਾਂਦੇ ਗੁਰੂ ਦਾ, ਪ੍ਰਚਾਰ ਸਿੱਖੀ ਦਾ ਕਰਦੇ ਆ, ਡਾਲਰ ਕਮਾਉਂਦੇ ਆ, ਰੋਟੀਆਂ ਸੇਕਦੇ ਆ ਸਿੱਖੀ ਦੇ ਸਿਰ ਤੋਂ। ਲੇਕਿਨ ਜਦੋਂ ਧੀਆਂ ਪੁੱਤਾਂ ਦੇ ਵਿਆਹ ਕਰਨੇ ਆ, ਅੰਮ੍ਰਿਤਧਾਰੀ ਜੱਟ ਸਿੱਖ ਲੜਕਾ ਜਿਹੜਾ ਅੰਮ੍ਰਿਤਧਾਰੀ ਹੋ ਗਿਆ, ਉਹ ਕਿੱਦਾਂ ਜੱਟ ਰਹਿ ਗਿਆ ਜੀ? ਜੱਟ ਵਿਪਰ ਦੀ ਦਿੱਤੀ ਹੋਈ ਜਾਤ ਆ, ਤੁਸੀਂ ਇਹਨੂੰ ਐਕਸੈਪਟ ਕਰਕੇ ਵਿਪਰ ਦੀ ਗੁਲਾਮੀ ਨੂੰ ਸਵੀਕਾਰ ਕਰ ਲਿਆ। ਸਿੰਘ ਕੌਰ ਖਾਲਸੇ ਦੇ ਫਲਸਫੇ ਨੂੰ ਨਹੀਂ ਤੁਸੀਂ ਸਵੀਕਾਰ ਕੀਤਾ, ਵਿਪਰ ਦੀ ਜਾਤ ਨੂੰ ਝੱਟ ਸਵੀਕਾਰ ਕਰਕੇ ਤੇ ਖੁਸ਼ ਹੁੰਦੇ ਹੋ। ਰਿਸ਼ਤੇ ਕਰਨ ਲੱਗਿਆ ਅਖਬਾਰਾਂ ਚੁੱਕ ਕੇ ਦੇਖ ਲਓ, ਜੇ ਮੈਂ ਝੂਠ ਬੋਲਦਾ, ਅਗਰ ਮੈਂ ਝੂਠ ਬੋਲਦਾ ਮੇਰਾ ਸਿਰ ਲਾ ਦਿੱਤਾ ਜਾਵੇ। ਅਖਬਾਰਾਂ ਚੁੱਕ ਕੇ ਦੇਖੋ, ਪੰਜਾਬ ਕੇਸਰੀ, ਜਗਬਾਣੀ, ਕੋਈ ਵੀ ਅਖਬਾਰ ਚੁੱਕ ਕੇ ਦੇਖੋ, ਜਿੱਥੇ ਧੀਆਂ ਪੁੱਤਾਂ ਦੇ ਰਿਸ਼ਤੇ ਕੀਤੇ ਜਾਂਦੇ ਆ ਉਹਦੇ ਵਿੱਚ ਲਿਖਿਆ ਹੁੰਦਾ ਜੱਟ ਸਿੱਖ ਪਰਿਵਾਰ ਕਲੀਨ ਸ਼ੇਵ ਮੁੰਡੇ ਵਾਸਤੇ ਰਿਸ਼ਤਾ ਚਾਹੀਦਾ। ਦੱਸੋ, ਵਿਪਰ ਦੀ ਜਾਤ ਵੀ ਨਾਲ ਲਾ ਰਹੇ ਆ, ਜੱਟ ਸਿੱਖ ਕਲੀਨ ਸ਼ੇਵ ਮੁੰਡੇ ਵਾਸਤੇ ਰਿਸ਼ਤਾ ਚਾਹੀਦਾ। ਲਾਹਨਤਾਂ ਨੇ ਏਦਾਂ ਦੇ ਲੋਕਾਂ ਨੂੰ। ਅੰਮ੍ਰਿਤਧਾਰੀ ਜੱਟ ਸਿੱਖ ਲੜਕੀ ਵਾਸਤੇ ਲੜਕਾ ਚਾਹੀਦਾ, ਅੰਮ੍ਰਿਤਧਾਰੀ ਜੱਟ ਸਿੱਖ ਲੜਕੇ ਵਾਸਤੇ ਰਿਸ਼ਤਾ ਚਾਹੀਦਾ। ਇਹਨਾਂ ਨੇ ਸਿੱਖੀ ਜਾਣ ਕੇ ਗੰਦ ਪਾ ਦਿੱਤਾ, ਇਹਨਾਂ ਨੇ ਆਣ ਕੇ ਸਿੱਖੀ ਦਾ ਘਾਣ ਕੀਤਾ। ਅੱਜ ਸਿੱਖੀ ਸਿਰਫ 2% ਰਹਿ ਗਈ ਆ ਇਦਾਂ ਦੇ ਗੰਦੇ ਲੋਕਾਂ ਦੀ ਵਜ੍ਹਾ ਕਰਕੇ, ਜਿਹੜੇ ਲੋਕ ਸਿੱਖੀ ਦੇ ਵਿੱਚ ਆ ਕੇ ਪ੍ਰੈਕਟਿਸ ਵਿਪਰ ਵਾਲੀ ਕਰ ਰਹੇ ਆ, ਪ੍ਰੈਕਟਿਸ ਵੇਦਾਂ ਸ਼ਾਸਤਰਾਂ ਵਾਲੀ ਕਰ ਰਹੇ ਆ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਗੁਰੂ ਸਵਾਰੀ ਗੁਰੂ ਰੂਪੀ ਸੰਗਤ ਜੀ ਔਰ ਮੇਰੇ ਭਾਰਤ ਦੇ ਮੂਲ ਨਿਵਾਸੀ ਜਗਦੀਆਂ ਜ਼ਮੀਰਾਂ ਵਾਲੇ ਭੈਣ ਭਰਾਓ, ਮੈਂ ਆਪ ਜੀ ਦਾ ਆਪਣਾ ਰੰਗਰੇਟਾ ਡਾਕਟਰ ਗੁਰਿੰਦਰ ਸਿੰਘ ਖਾਲਸਾ ਲੁਧਿਆਣਾ ਤੋਂ ਅੱਜ ਦੀ ਵੀਡੀਓ ਲੈ ਕੇ ਆਪ ਜੀ ਦੀ ਕਚਹਿਰੀ ਦੇ ਵਿੱਚ ਆਉਣ ਦਾ ਜਿਹੜਾ ਮੇਰਾ ਮਕਸਦ ਹੈ ਉਹ ਇਹ ਹੈ ਕਿ ਦਾਸ ਕੱਲ ਪਰਸੋਂ ਦੀ ਇੱਕ ਵੀਡੀਓ ਵਾਇਰਲ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਿਹਾ ਹੈ ਕਿ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤੇ ਪਿੰਡ ਆਸਨਸੋਲ, ਪਤਾ ਨਹੀਂ ਇਸ ਤਰ੍ਹਾਂ ਦਾ ਨਾਮ ਆ ਕੋਈ, ਉਹ ਪਿੰਡ ਦੇ ਕਿਸਾਨ ਇਕੱਠੇ ਹੋ ਕੇ ਤੇ ਗਰੀਬ ਮਜ਼ਦੂਰਾਂ ਦੇ ਲਈ ਝੋਨਾ ਲਵਾਉਣ ਵਾਸਤੇ ਜੋ ਮਤਾ ਪਾਸ ਕੀਤਾ ਆ, ਉਹ ਇੱਕ ਤੁਗਲਕੀ ਫਰਮਾਨ ਹੈ ਜੋ ਕਿ ਅਸਲ ਗੁਰੂ ਦਾ ਸਿੱਖ ਕਦੀ ਵੀ ਇਸ ਤਰ੍ਹਾਂ ਦੇ ਤੁਗਲਕੀ ਫਰਮਾਨ ਵਿਪਰ ਦੇ ਰਸਤੇ ਤੇ ਚੱਲਦੇ ਹੋਏ ਕਦੀ ਵੀ ਜਾਰੀ ਨਹੀਂ ਕਰ ਸਕਦਾ।
ਉਹ ਤੁਗਲਕੀ ਫਰਮਾਨ ਕੀ ਹੈ? ਸਭ ਤੋਂ ਪਹਿਲਾਂ ਆਪ ਜੀ ਉਸ ਵੀਡੀਓ ਨੂੰ ਆਪ ਦੇਖੋ ਤੇ ਸੁਣੋ। ਜ਼ਿਲ੍ਹਾ ਤਰਨਤਾਰਨ ਅੱਜ ਇਕੱਤਰ ਹੋਈ ਹੈ ਝੋਨੇ ਦੀ ਲਵਾਈ ਬਾਰੇ, ਜਿਸ ਵਿੱਚ ਕਿ ਮਤਾ ਪਾਸ ਹੋਇਆ ਹੈ ਕਿ ਝੋਨੇ ਦੀ ਲਵਾਈ 2500 ਰੁਪਏ ਦਿੱਤੀ ਜਾਵੇਗੀ। ਝੋਨੇ ਦੀ ਲਵਾਈ ਵੇਲੇ ਚਾਹ 2 ਟਾਈਮ ਦਿੱਤੀ ਜਾਵੇਗੀ। ਕੁੰਡੀ ਲਾਉਣ ਵਾਸਤੇ 25 ਕਿਲੋ ਕਣਕ ਦਿਹਾੜੀ ਦੀ ਦਿੱਤੀ ਜਾਵੇਗੀ। 300 ਰੁਪਏ ਦਿਹਾੜੀ ਆਮ ਦਿੱਤੀ ਜਾਵੇਗੀ। ਰੋਟੀ ਦਿਹਾੜੀਦਾਰ ਮਜ਼ਦੂਰ ਆਪਣੀ ਲੈ ਕੇ ਆਵੇਗਾ। ਜੇਕਰ ਰੋਟੀ ਨਹੀਂ ਲੈ ਕੇ ਆਉਂਦਾ ਹੈ ਉਸ ਨੂੰ ਇੱਕ ਟਾਈਮ ਰੋਟੀ ਦਿੱਤੀ ਜਾਵੇਗੀ ਅਤੇ 250 ਰੁਪਏ ਦਿਹਾੜੀ ਦਿੱਤੀ ਜਾਵੇਗੀ। ਸਪਰੇਅ ਪੰਪ ਨਾਲ 1 ਕਿੱਲੇ ਦਾ 100 ਰੁਪਏ ਦਿੱਤਾ ਜਾਵੇਗਾ। ਜੇਕਰ ਸਪਰੇਅ ਕਰਨ ਸਮੇਂ ਦਵਾਈ ਚੜ ਜਾਂਦੀ ਹੈ ਉਸ ਦੀ ਜ਼ਿੰਮੇਵਾਰੀ ਮਜ਼ਦੂਰ ਦੀ ਆਪਣੀ ਹੋਵੇਗੀ। ਖਾਦ ਦਿਹਾੜੀ ਤੇ ਪਵਾਈ ਜਾਵੇਗੀ। ਜੇਕਰ ਠੇਕੇ ਤੇ ਪਵਾਈ ਜਾਵੇਗੀ ਉਸ ਦਾ ਰੇਟ 20 ਰੁਪਏ ਬੋਰੀ ਦਾ ਦਿੱਤਾ ਜਾਵੇਗਾ। ਰੂੜੀ ਦੀ ਟਰਾਲੀ ਦਾ ਰੇਟ 220 ਰੁਪਏ ਹੋਵੇਗਾ। ਤੂੜੀ ਦੀ ਟਰਾਲੀ ਕਿਸੇ ਦੇ ਲਾਉਣੀ ਹੈ ਉਸ ਦਾ ਰੇਟ 2500 ਰੁਪਏ ਹੋਵੇਗਾ। ਜੱਟ ਤੋਂ ਜਿਹੜਾ ਮਜ਼ਦੂਰ ਦੁੱਧ ਲੈਂਦਾ ਹੈ ਉਸ ਦਾ ਰੇਟ 70 ਰੁਪਏ ਹੈ। ਜੁਰਮਾਨਾ ਜਿਹੜਾ ਜੱਟ ਸ਼ਰਾਬ ਜਾਂ ਫਿਰ ਜੋ ਰੇਟ ਫਿਕਸ ਕੀਤਾ ਗਿਆ ਹੈ ਅਤੇ ਜੋ ਮਤੇ ਪਾਏ ਗਏ ਹਨ ਉਸ ਦੀ ਉਲੰਘਣਾ ਕਰਦਾ ਹੈ ਉਸ ਨੂੰ 50,000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਠੇਕੇ ਦੇ ਮਜ਼ਦੂਰ ਨੂੰ ਰੋਟੀ ਅਤੇ ਪੱਠੇ ਨਹੀਂ ਦਿੱਤੇ ਜਾਣਗੇ। ਜਿਹੜਾ ਘਰ ਪਿੰਡ ਤੋਂ ਬਾਹਰ ਜਾ ਕੇ ਝੋਨਾ ਲਾਉਂਦਾ ਹੈ ਉਸ ਦੀ ਸਰਕਾਰੀ ਸਹੂਲਤ ਬੰਦ ਕੀਤੀ ਜਾਵੇਗੀ। ਜੇਕਰ ਕੋਈ ਇਸ ਬਾਰੇ ਜਾਣਕਾਰੀ ਦਿੰਦਾ ਹੈ ਉਸ ਨੂੰ 1000 ਰੁਪਏ ਇਨਾਮ ਦਿੱਤਾ ਜਾਵੇਗਾ। ਚੋਰੀ ਪੱਠੇ ਵੱਢਣ ਵਾਲੇ ਨੂੰ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਜੇਕਰ ਕੋਈ ਆਪਣੀ ਗਾਂ ਛੱਡਦਾ ਹੈ ਉਸ ਨੂੰ ਕਿਸੇ ਨੇ ਦੇਖ ਲਿਆ ਤਾਂ ਉਸ ਨੂੰ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪੀ ਗੁਰੂ ਸਵਾਰੀ ਸੰਗਤ ਜੀ, ਇਹ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਦਾ ਕੋਈ ਪਿੰਡ ਆ ਅਸਨਸੋਤ ਕਰਕੇ, ਮੈਨੂੰ ਪੂਰਾ ਨਾਮ ਚੰਗੀ ਤਰ੍ਹਾਂ ਸੁਣਾਈ ਨਹੀਂ ਦਿੱਤਾ, ਜਿਹਦੇ ਵਿੱਚ ਜੱਟਾਂ ਵੱਲੋਂ ਇਕੱਠੇ ਹੋ ਕੇ ਇਕੱਤਰਤ ਹੋ ਕੇ ਤੇ ਗਰੀਬ ਮਜ਼ਦੂਰਾਂ ਵਾਸਤੇ ਫਰਮਾਨ ਜਾਰੀ ਕਰ ਦਿੱਤਾ। ਮੈਂ ਸਭ ਤੋਂ ਪਹਿਲਾਂ ਤੇ ਆਪ ਜੀ ਸੰਗਤ ਦੇ ਨਾਲ ਇਹ ਗੱਲ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਸਾਹਿਬੇ ਕਮਾਲ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 13 ਜੰਗਾਂ ਜਿਹੜੀਆਂ ਲੜੀਆਂ ਸੀਗੀਆਂ ਉਹ ਬਿਪਰਾਂ ਦੇ ਨਾਲ ਲੜੀਆਂ ਸੀ, ਬਿਪਰਵਾਦੀ ਸੋਚ ਰੱਖਣ ਵਾਲੇ ਲੋਕਾਂ ਦੇ ਨਾਲ। ਕਿਹੜੇ ਲੋਕ ਸੀ ਉਹ? ਜਿਹੜੇ ਲੋਕਾਂ ਨੇ ਗੁਰੂ ਕਲਗੀਧਰ ਪਿਤਾ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਕਿਹਾ ਸੀਗਾ, ਬਿਪਰ ਜਿਨ੍ਹਾਂ ਨੂੰ ਨੀਵੀਆਂ ਜਾਤਾਂ ਦੇ ਕਹਿੰਦਾ ਸੀਗਾ, ਮੈਂ ਇੱਥੇ ਉਹ ਹੁਣ ਜਾਤੀ ਸੂਚਕ ਸ਼ਬਦ ਨਹੀਂ ਬੋਲਣਾ ਚਾਹੁੰਦਾ, ਬਿਪਰ ਜਿਨ੍ਹਾਂ ਨੂੰ ਆਪ ਨੀਵੀਆਂ ਜਾਤਾਂ ਦੇ ਕਹਿੰਦਾ ਸੀ, ਬਿਪਰ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅੱਗੇ ਸ਼ਰਤ ਰੱਖੀ ਕਿ ਇਹਨਾਂ ਨੀਵੇਂ ਸ਼ੂਦਰਾਂ ਦਾ ਬਾਟਾ ਵੱਖਰਾ ਕਰ ਦੇ, ਅਸੀਂ ਵੀ ਤੇਰੇ ਨਾਲ ਰਲ ਜਾਵਾਂਗੇ। ਤੇ ਸਾਹਿਬੇ ਕਮਾਲ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹਨਾਂ ਬਿਪਰਾਂ ਦਾ, ਪਹਾੜੀ ਰਾਜਿਆਂ ਦਾ ਕਹਿਣਾ ਨਹੀਂ ਮੰਨਿਆ, ਯਾਨੀ ਬਾਟਾ ਕਿਸੇ ਵੀ ਸ਼ਰਤ ਦੇ ਉੱਤੇ ਵੱਖਰਾ ਨਹੀਂ ਕੀਤਾ, ਬਾਟੇ 2 ਨਹੀਂ ਕੀਤੇ, ਬਾਟਾ 1 ਹੀ ਰਹਿਣ ਦਿੱਤਾ। ਸਾਹਿਬੇ ਕਮਾਲ ਕਲਗੀਧਰ ਪਿਤਾ ਜੀ ਨੇ ਉਹਨਾਂ ਨੇ ਬਾਟਾ 1 ਕਰਨ ਦੇ ਚੱਕਰ ਦੇ ਵਿੱਚ ਆਪਣੇ ਪਰਿਵਾਰ ਦੀ ਸ਼ਹਾਦਤ ਦਿੱਤੀ ਤੇ 13 ਜੰਗਾਂ ਉਹਨਾਂ ਹੀ ਬਿਪਰਵਾਦੀ ਲੋਕਾਂ ਦੇ ਨਾਲ ਲੜੀਆਂ ਜਿਹੜੇ ਗਰੀਬਾਂ ਦੇ ਨਾਲ ਇਸ ਤਰ੍ਹਾਂ ਦੇ ਤੁਗਲਕੀ ਫਰਮਾਨ ਜਾਰੀ ਕਰਦੇ ਸਨ ਭੈਣ ਭਰਾਓ, ਔਰ ਗਰੀਬਾਂ ਦੇ ਨਾਲ ਤਸ਼ੱਦਦ ਕਰਦੇ ਸਨ। ਗਰੀਬਾਂ ਦਾ ਉਹਨਾਂ ਨੇ ਅਨਪੜ੍ਹ ਰਹਿਣਾ ਧਰਮ ਬਣਾ ਦਿੱਤਾ ਸੀਗਾ, ਗੁਲਾਮ ਰਹਿਣਾ ਧਰਮ ਬਣਾ ਦਿੱਤਾ ਸੀਗਾ। ਸਾਹਿਬੇ ਕਮਾਲ ਕਲਗੀਧਰ ਪਿਤਾ ਜੀ ਨੇ ਬੇਗਮਪੁਰਾ ਖਾਲਸਾ ਰਾਜ ਸੋਚ ਲੈ ਕੇ ਵੀ ਸਾਰੇ ਬਰਾਬਰ ਹੋਣਗੇ, ਸਾਰਿਆਂ ਨੂੰ ਪੜ੍ਹਨ ਦਾ ਅਧਿਕਾਰ ਹੋਊਗਾ, ਸਾਰੇ ਸਿੱਖਦੇ ਰਹਿਣਗੇ। ਇਸ ਲਈ ਸਿੱਖੀ 35 ਮਹਾਂਪੁਰਸ਼ਾਂ ਨੇ ਸਾਡਾ ਸ਼ੂਦਰਾਂ ਦਾ, ਜਿਨ੍ਹਾਂ ਨੂੰ ਬਿਪਰ ਸ਼ੂਦਰ ਕਹਿੰਦਾ ਸੀ, ਨੀਵੀਆਂ ਜਾਤਾਂ ਦੇ ਕਹਿੰਦਾ ਸੀ, ਉਹਨਾਂ ਜਿਨ੍ਹਾਂ ਦਾ ਧਰਮ ਹੀ ਅਨਪੜ੍ਹ ਰਹਿਣਾ ਬਣਾ ਦਿੱਤਾ ਗਿਆ ਸੀ, ਗੁਲਾਮੀ ਜਿਨ੍ਹਾਂ ਦਾ ਧਰਮ ਬਣਾ ਦਿੱਤਾ ਗਿਆ ਸੀਗਾ, ਸਾਡੇ 35 ਮਹਾਂਪੁਰਸ਼ਾਂ ਨੇ ਉਹਨਾਂ ਨੀਵਿਆਂ ਨੂੰ ਉੱਚਿਆਂ ਕਰਨ ਦੇ ਲਈ, ਬਰਾਬਰ ਲਿਆਉਣ ਦੇ ਲਈ, ਉਹਨਾਂ ਦੇ ਫੰਡਾਮੈਂਟਲ ਰਾਈਟਸ ਵਾਸਤੇ ਸਾਡੇ ਗੁਰੂ ਪੀਰਾਂ ਨੇ, ਸਾਡੇ 35 ਮਹਾਂਪੁਰਸ਼ਾਂ ਨੇ ਸੰਘਰਸ਼ ਕੀਤਾ। ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਉਹਨਾਂ ਨੀਵਿਆਂ ਨੂੰ, ਜੋ ਬਿਪਰ ਦੀ ਨਜ਼ਰ ਦੇ ਵਿੱਚ ਨੀਵੇਂ ਨੇ, ਕਿਉਂਕਿ ਗੁਰਬਾਣੀ ਦੇ ਸਿਧਾਂਤ ਦੇ ਅਨੁਸਾਰ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ, ਗੁਰੂ ਸਾਹਿਬ ਨੇ ਇਸ ਕਰਕੇ ਬਾਟਾ 1 ਕੀਤਾ ਸੀ। ਸੰਗਤ ਪੰਗਤ ਬਾਟਾ ਸਰੋਵਰ 1 ਕਰਕੇ 1 ਕਰਨ ਦੇ ਚੱਕਰ 'ਚ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੂੰ ਆਪਣਾ ਪਰਿਵਾਰ ਵਾਰਨਾ ਪਿਆ।
ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿਨ੍ਹਾਂ ਲੋਕਾਂ ਦੇ ਸਾਥ ਦੇ ਨਾਲ ਜੰਗਾਂ ਲੜੀਆਂ ਸੀ ਉਹਨਾਂ ਨੂੰ ਵਿਪਰ ਦਲਿਤ ਕਹਿੰਦਾ ਸੀ, ਦਬੇ ਕੁਚਲੇ ਸ਼ੂਦਰ। ਪਰ ਸਾਹਿਬੇ ਕਮਾਲ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਪਤਾ ਲੱਗ ਗਿਆ ਸੀ ਵੀ ਜਿਹੜੇ ਲੋਕ ਪਿਛਲੇ 4000 ਸਾਲ ਤੋਂ ਜਿਨ੍ਹਾਂ ਨੇ ਗੁਲਾਮੀ ਸਵੀਕਾਰ ਨਹੀਂ ਕੀਤੀ, ਜਿਨ੍ਹਾਂ ਨੇ ਜਾਤਾਂ ਸਵੀਕਾਰ ਨਹੀਂ ਕੀਤੀਆਂ, ਵਿਪਰ ਨੇ ਉਹਨਾਂ ਨੂੰ ਜਾਤਾਂ ਨੀਵੀਆਂ ਜਾਤਾਂ ਕਹਿ ਕੇ ਭੰਡਿਆ, ਪਰ ਉਹਨਾਂ ਨੇ ਜਾਤਾਂ ਸਵੀਕਾਰ ਨਹੀਂ ਕੀਤੀਆਂ। ਪਿਛਲੇ 4000 ਸਾਲ ਤੋਂ ਉਹ ਆਪਣੇ ਆਤਮ ਸਨਮਾਨ ਦੀ ਲੜਾਈ, ਆਪਣੇ ਫੰਡਾਮੈਂਟਲ ਰਾਈਟਸ, ਆਪਣੇ ਹੱਕਾਂ ਦੀ ਲੜਾਈ ਲੜਦੇ ਆ ਰਹੇ ਆ। ਗੁਰੂ ਕਲਗੀਧਰ ਪਿਤਾ ਜੀ ਨੇ ਉਹਨਾਂ ਦਲਿਤਾਂ ਨੂੰ ਚੁਣਿਆ ਔਰ ਉਹਨਾਂ ਦਲਿਤਾਂ ਨੂੰ ਸਿੰਘ ਕੌਰ ਖਾਲਸੇ ਦਾ ਫਲਸਫਾ ਸਮਝਾ ਕੇ ਉਹਨਾਂ ਨੂੰ ਵਿਪਰ ਦੀ ਨਜ਼ਰ 'ਚ ਜਿਹੜੇ ਨੀਵੇਂ ਸੀ ਉਹਨਾਂ ਨੂੰ ਸਿੰਘ ਸਜਾਤਾ, ਖਾਲਸੇ ਬਣਾ ਕੇ ਉਹਨਾਂ ਦਾ ਸਾਥ ਲੈ ਕੇ ਗੁਰੂ ਕਲਗੀਧਰ ਪਿਤਾ ਜੀ ਨੇ ਵਿਪਰ ਦੇ ਨਾਲ 13 ਜੰਗਾਂ ਲੜੀਆਂ। ਉਹ ਵਿਪਰ ਇੱਦਾਂ ਦਾ ਸ਼ੈਤਾਨ ਸੀ ਕਿ ਉਹ ਜੇ ਮੁਗਲ ਆਉਂਦੇ ਇਸ ਦੇਸ਼ 'ਚ ਉਹਨਾਂ ਨਾਲ ਰਲ ਕੇ ਤੇ ਹਮਲੇ ਕਰਦਾ ਆ, ਤੇ ਜੇ ਅੰਗਰੇਜ਼ ਗੋਰੇ ਆਉਂਦੇ ਆ ਤੇ ਉਹਨਾਂ ਦੇ ਨਾਲ ਰਲ ਜਾਂਦਾ ਹੈ। ਹੁਣ ਇਹ ਵਿਪਰਵਾਦੀ ਸੋਚ ਰੱਖਣ ਵਾਲੇ ਲੋਕ, ਤੁਸੀਂ ਦੱਸੋ ਖਾਲਸਾ ਜੀ, ਤੁਸੀਂ ਦੱਸੋ ਮੇਰੇ ਭਾਰਤ ਦੇ ਮੂਲ ਨਿਵਾਸੀ ਭੈਣ ਭਰਾਓ, ਵੀ ਜਿਹੜਾ ਅਸਲ ਸਿੱਖ ਹੈ, ਅਸਲ ਸਿੱਖ ਤੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਾ ਕੇ ਲੰਗਰ ਲਗਾ ਰਿਹਾ, ਅਸਲ ਸਿੱਖ ਤੇ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਸਿਧਾਂਤ ਦੇ ਉੱਤੇ ਚੱਲ ਰਿਹਾ, ਜਿਹੜਾ ਸਾਹਿਬੇ ਕਮਾਲ ਕਲਗੀਧਰ ਪਿਤਾ ਜੀ ਨੂੰ 35 ਮਹਾਂਪੁਰਸ਼ਾਂ ਦੀ ਸੋਚ ਦੇ ਉੱਤੇ ਪਹਿਰਾ ਦਿੰਦਾ, ਗੁਰਬਾਣੀ ਨੂੰ ਜਿਹੜਾ ਸਿੱਖ ਪਿਆਰ ਕਰਦਾ। ਲੇਕਿਨ ਇਹ ਜਿਹੜੇ ਜੱਟ ਇਕੱਠੇ ਹੋ ਕੇ ਤਹਿਸੀਲ ਪੱਟੀ, ਪਿੰਡ ਆਸਨਸੋਲ, ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਕੱਠੇ ਹੋ ਕੇ ਤੁਗਲਕੀ ਫਰਮਾਨ ਜਾਰੀ ਕਰ ਰਹੇ ਆ ਕਿ ਜਿਹੜਾ ਝੋਨਾ ਲਵਾਈ ਦਾ ਰੇਟ ਆ, ਉਹ ਤੁਸੀਂ ਆਪ ਵੀਡੀਓ ਦੇ ਵਿੱਚ ਹੁਣੇ ਸੁਣ ਹੀ ਲਿਆ ਕਿ ਇਹ ਕਹਿ ਰਿਹਾ ਵੀ ਜਿਹੜਾ ਮਜ਼ਦੂਰ ਆਪਣੇ ਘਰੋਂ ਰੋਟੀ ਲੈ ਕੇ ਆਵੇਗਾ ਉਹਨੂੰ 300 ਰੁਪਇਆ ਦਿਹਾੜੀ ਦਿੱਤੀ ਜਾਵੇਗੀ, ਤੇ ਜਿਹੜਾ ਇੱਥੇ ਆਣ ਕੇ ਰੋਟੀ ਖਾਏਗਾ ਉਹਨੂੰ 2 ਟਾਈਮ ਰੋਟੀ, 1 ਟਾਈਮ ਰੋਟੀ, ਤੇ ਉਸ ਨੂੰ 250 ਰੁਪਇਆ ਦਿਹਾੜੀ ਦਿੱਤੀ ਜਾਵੇਗੀ। ਮੈਨੂੰ ਤੁਸੀਂ ਇੱਕ ਇਸ ਗੱਲ ਦਾ ਜਵਾਬ ਮੈਂ ਆਪ ਜੀ ਦੇ ਕੋਲੋਂ ਲੈਣਾ ਚਾਹੁੰਦਾ ਆ। ਸਿੱਖ ਸੰਗਤ ਜੀ, ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਹ ਫਰਮਾਨ ਜਾਰੀ ਕੀਤਾ, ਸਿਰ ਦੇ ਉੱਤੇ ਪੱਗ ਬੰਨੀ ਆ, ਐਂਡ ਦੇ ਉੱਤੇ ਫਤਿਹ ਗੁਜਾ ਰਹੇ ਆ ਔਰ ਫਰਮਾਨ ਵਿਪਰ ਦੇ ਰਾਹ ਦੇ ਉੱਤੇ ਚੱਲਦੇ ਹੋਏ ਜਾਰੀ ਕਰ ਰਹੇ ਆ। ਇਹ ਲੋਕ ਸਿੱਖਾਂ ਵਰਗੇ ਦਿਖਣ ਵਾਲੇ ਦਿਖਦੇ ਸਿੱਖ ਆ, ਸਿਰਫ ਔਰ ਸਿਰਫ ਗੋਲਕਾ ਤੇ ਚੌਧਰਾ ਸਾਂਭਣ ਵਾਸਤੇ ਇਹ ਸਿੱਖ ਬਣੇ ਆ। ਅਦਰਵਾਈਜ਼ ਇਹ ਸਿੱਖੀ ਦੀ ਪ੍ਰੈਕਟਿਸ ਨਹੀਂ ਕਰ ਰਹੇ ਆ, ਸਿੱਖੀ ਸਿਧਾਂਤਾਂ ਨੂੰ ਫੋਲੋ ਨਹੀਂ ਕਰ ਰਹੇ ਆ। ਪ੍ਰੈਕਟਿਸ ਤੇ ਇਹ ਕਰ ਰਹੇ ਆ ਹਿੰਦੂਆਂ ਦੀ, ਪ੍ਰੈਕਟਿਸ ਤੇ ਇਹ ਕਰ ਰਹੇ ਆ ਵਿਪਰ ਦੀ, ਪ੍ਰੈਕਟਿਸ ਤੇ ਇਹ ਗੁਰਬਾਣੀ ਦੀ ਪ੍ਰੈਕਟਿਸ ਨਹੀਂ ਕਰ ਰਹੇ ਆ, ਇਹ ਪ੍ਰੈਕਟਿਸ ਕਰ ਰਹੇ ਆ ਵੇਦਾਂ ਸ਼ਾਸਤਰਾਂ ਦੀ। ਵੇਦ ਸ਼ਾਸਤਰ ਜਿਹੜੇ ਨੇ ਉਹ ਵਰਨ ਵਿਵਸਥਾ ਦੀ ਗੱਲ ਕਰਦਾ ਆ, ਉਹ ਊਚ ਨੀਚ ਦੀ ਗੱਲ ਕਰਦਾ ਆ, ਲੇਕਿਨ ਗੁਰਬਾਣੀ ਤੇ ਬਰਾਬਰਤਾ ਦੀ ਗੱਲ ਕਰਦੀ ਆ। ਫਿਰ ਇਹ ਲੋਕ ਰੋਲਾ ਪਾਉਂਦੇ ਨੇ ਕਿ ਸਾਨੂੰ ਹਿੰਦੂ ਕਿਹਾ ਜਾਂਦਾ ਆ, ਹਿੰਦੂ ਕਿਹਾ ਜਾਂਦਾ ਆ। ਤੁਸੀਂ ਇਹ ਦੱਸੋ ਵੀ ਜਦੋਂ ਇਹਨਾਂ ਨੇ ਕੰਮ ਤੇ ਹਿੰਦੂਆਂ ਵਾਲੇ ਕਰਨੇ ਆ, ਕੰਮ ਤੇ ਇਹਨਾਂ ਨੇ ਵਿਪਰਾਂ ਵਾਲੇ ਕਰਨੇ ਆ, ਪ੍ਰੈਕਟਿਸ ਇਹਨਾਂ ਨੇ ਵੇਦਾਂ ਸ਼ਾਸਤਰਾਂ ਦੀ ਕਰਨੀ ਆ, ਗੁਰਬਾਣੀ ਦੇ ਸਿਧਾਂਤ ਨੂੰ ਮੰਨਣਾ ਨਹੀਂ ਆ। ਸਿੱਖ ਤੇ ਜਿਹੜਾ ਆ ਉਹ ਨਾਮ ਜਪਦਾ ਆ, ਵੰਡ ਛਕਦਾ ਆ, ਕਿਰਤ ਕਰਦਾ ਆ, ਤੇ ਕਿਆ ਸਿੱਖ ਇਦਾਂ ਦੇ ਤੁਗਲਕੀ ਫਰਮਾਨ ਜਾਰੀ ਕਰ ਸਕਦਾ ਸੰਗਤ ਜੀ? ਕਿਉਂਕਿ ਸਿੱਖ ਜਿਹੜਾ ਆ ਉਹ ਆਪ ਭੁੱਖਾ ਰਹਿ ਲੇਗਾ, ਲੇਕਿਨ ਉਹ ਭੁੱਖੇ ਨੂੰ ਰੋਟੀ ਖਵਾਉਂਦਾ ਆ। ਫਿਰ ਕਿਹਾ ਜਾ ਰਿਹਾ ਹੈ, ਕੁਝ ਲੋਕ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਜੱਟ ਜਿਹੜੇ ਨੇ ਉਹ ਲੰਗਰ ਲਾਉਂਦੇ ਆ। ਜੱਟ ਜਾਂ ਕਿਸੇ ਵੀ ਜਾਤ ਦੀ ਕੋਈ ਔਕਾਤ ਨਹੀਂ ਹੈ ਕਿ ਉਹ ਲੰਗਰ ਲਾ ਸਕੇ। ਲੰਗਰ ਇੱਕ ਸਿੱਖ ਲਾਉਂਦਾ ਆ, ਲੰਗਰ ਸੰਗਤਾਂ ਲਾਉਂਦੀਆਂ, ਲੰਗਰ ਗੁਰਬਾਣੀ ਨੂੰ ਪਿਆਰ ਕਰਨ ਵਾਲੇ ਲਾਉਂਦੇ ਆ। ਕਿਸੇ ਜਾਤ ਦੀ ਔਕਾਤ ਨਹੀਂ ਹੈ, ਉਹ ਭਾਵੇਂ ਅਰਬਾਂ ਖਰਬਾਂ ਪਤੀ ਵੀ ਹੋਵੇ, ਕੋਈ ਜਾਤ ਵਿਪਰ ਦੀ ਜਾਤ ਉਹ ਲੰਗਰ ਨਹੀਂ ਲਾ ਸਕਦੀ, ਉਹਦੀ ਇੰਨੀ ਔਕਾਤ ਨਹੀਂ ਹੈ। ਲੰਗਰ ਸਿਰਫ ਇੱਕ ਗੁਰੂ ਦਾ ਸਿੱਖ ਲਾ ਸਕਦਾ ਆ ਸੰਗਤ ਜੀ। ਮੈਂ ਇਹਨਾਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ, ਜਿਹੜੇ ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ, ਇਹ ਪਿੰਡ ਜਿਹੜਾ ਆਸਨਸੋਲ ਜੋ ਵੀ ਪਿੰਡ ਆ, ਇਹਦੇ ਵਿੱਚ ਜਿਹੜਾ ਇਹ ਮਜ਼ਦੂਰਾਂ ਗਰੀਬਾਂ ਵਾਸਤੇ ਫਰਮਾਨ ਜਾਰੀ ਕਰਦੇ ਪਏ ਆ ਕਿ ਦੁੱਧ ਜਿਹੜਾ ਆ ਉਹ ਗਰੀਬ ਮਜ਼ਦੂਰ ਜੱਟ ਦੇ ਕੋਲੋਂ ਲਵੇਗਾ, 70 ਰੁਪਏ ਕਿਲੋ ਦੁੱਧ ਦਾ ਰੇਟ ਹੋਵੇਗਾ। ਗੁਰੂ ਪਿਆਰੀ ਸੰਗਤ ਜੀ, ਸ਼ਹਿਰਾਂ ਦੇ ਵਿੱਚ ਦੁੱਧ 50 ਰੁਪਏ ਕਿਲੋ ਵਿਕ ਰਿਹਾ, ਤੇ ਪਿੰਡਾਂ ਦੇ ਵਿੱਚ ਗਰੀਬ ਮਜ਼ਦੂਰਾਂ ਵਾਸਤੇ 70 ਰੁਪਏ ਰੇਟ ਆ। ਵਾਹ ਬਾਬਾ ਨਾਨਕ ਜੀ, ਵਾਹਿਗੁਰੂ 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 ਵਾਹਿਗੁਰੂ। ਇਹ ਸਿੱਖ ਹੋ ਸਕਦੇ ਆ? ਇਹ ਪੱਗਾਂ ਬੰਨ ਲੀਆਂ ਇਹਨਾਂ ਨੇ, ਦਾੜੇ ਰੱਖ ਲਏ, ਫਤਿਹ ਵੀ ਗਜਾਉਂਦੇ ਆ, ਲੇਕਿਨ ਇਹ ਸਿੱਖੀ ਸਿਧਾਂਤਾਂ ਤੋਂ ਕੋਹਾ ਦੂਰ ਨੇ ਸੰਗਤ ਜੀ। ਔਰ ਜੇ ਕੋਈ ਗਰੀਬ ਮਜ਼ਦੂਰ ਦੂਸਰੇ ਪਿੰਡ ਦੇ
ਕਹਿੰਦੇ ਨੇ ਉਹਨਾਂ ਦਾ ਬਾਈਕਾਟ ਕੀਤਾ ਜਾਏਗਾ। ਕਿਆ ਗੁਰੂ ਦਾ ਸਿੱਖ ਕਿਸੇ ਗਰੀਬ ਦਾ ਬਾਈਕਾਟ ਕਰ ਸਕਦਾ ਸੰਗਤ ਜੀ? ਕਿਆ ਇੱਕ ਗੁਰੂ ਦਾ ਸਿੰਘ, ਗੁਰਬਾਣੀ ਦਾ ਪ੍ਰਚਾਰਕ, ਗੁਰਬਾਣੀ ਨੂੰ ਪਿਆਰ ਕਰਨ ਵਾਲਾ, ਕਿਆ ਉਹ ਰੋਟੀ ਖਵਾਉਣ ਦੇ ਬਦਲੇ ਕੋਈ ਕੰਮ ਲੈ ਸਕਦਾ? ਕਿਆ ਉਹ ਗੁਰੂ ਦਾ ਲੰਗਰ ਖਵਾ ਕੇ, ਗੁਰੂ ਦਾ ਲੰਗਰ ਜਿਹੜਾ ਆ ਉਹ ਤੇ ਬਾਬਾ ਨਾਨਕ ਜੀ ਨੇ ਔਰ 35 ਮਹਾਂਪੁਰਸ਼ਾਂ ਦੀ ਸੋਚ ਆ। ਬਾਬਾ ਨਾਨਕ ਜੀ ਦਾ ਲੰਗਰ ਆ, ਲੰਗਰ ਤੇ ਸੰਗਤਾਂ ਦੇ ਪੈਸੇ ਨਾਲ ਲੱਗਦਾ ਆ, ਲੰਗਰ ਤੇ ਸਿੱਖ ਲਾਉਂਦਾ ਆ। ਤੇ ਅੱਜ ਦੀ ਤਰੀਕ ਦੇ ਵਿੱਚ ਲੰਗਰ ਖਵਾ ਕੇ ਵੀ ਗਰੀਬਾਂ ਨੂੰ ਤੇ ਵੋਟਾਂ ਵਾਸਤੇ ਉਹਨਾਂ ਦੇ ਨਾਲ ਸਿਆਸਤ ਕੀਤੀ ਜਾਂਦੀ ਆ, ਪਿੰਡਾਂ ਦੇ ਵਿੱਚ ਰਾਜਨੀਤੀ ਕੀਤੀ ਜਾਂਦੀ ਹੈ ਔਰ ਗਰੀਬਾਂ ਨੂੰ ਮਜਬੂਰ ਕਰ ਦਿੱਤਾ ਜਾਂਦਾ ਹੈ। ਮੈਂ ਇਹਨਾਂ ਕਿਸਾਨ ਭਰਾਵਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਜਦੋਂ ਤੁਹਾਡੀਆਂ ਫਸਲਾਂ ਦਾ ਤੁਹਾਨੂੰ ਮੁੱਲ ਨਹੀਂ ਮਿਲਦਾ, ਫਿਰ ਤੁਸੀਂ ਸੜਕਾਂ ਦੇ ਉੱਤੇ ਜਾ ਕੇ ਧਰਨੇ ਲਾਉਂਦੇ ਹੋ ਵੀ ਸਰਕਾਰਾਂ ਤੁਹਾਨੂੰ ਤੁਹਾਡੀਆਂ ਫਸਲਾਂ ਦੇ ਬਣਦੇ ਰੇਟ ਨਹੀਂ ਦਿੰਦੇ। ਤੁਹਾਨੂੰ ਤਕਲੀਫ ਹੁੰਦੀ ਕਿ ਨਹੀਂ ਉਸ ਟਾਈਮ ਦੇ ਉੱਤੇ? ਤੁਹਾਨੂੰ ਕਿਸਾਨ ਭਰਾਵਾਂ ਨੂੰ ਤਕਲੀਫ ਹੁੰਦੀ ਆ ਕਿ ਨਹੀਂ ਹੁੰਦੀ ਆ? ਤੇ ਫਿਰ ਤੁਸੀਂ ਕੋਈ ਜ਼ਗੀਰਦਾਰ ਵੀ ਹੈ ਨਹੀਂ ਗੇ। 2 ਤੋਂ ਲੈ ਕੇ 5-7 ਕਿੱਲਿਆਂ ਤੱਕ ਦਾ ਜਿਹੜਾ ਕਿਸਾਨ ਆ ਉਹ ਆਪਣੇ ਧੀਆਂ ਪੁੱਤਾਂ ਨੂੰ ਲਵੇ, ਆਪਣੇ ਪਰਿਵਾਰ ਨੂੰ ਲਵੇ ਤੇ ਆਪ ਲਾਵੇ ਤਾਂ ਝੋਨਾ, ਆਪ ਕਰੇ ਮਜ਼ਦੂਰੀ ਆਪਣੇ ਖੇਤਾਂ ਦੇ ਵਿੱਚ। ਤੁਸੀਂ ਕੋਈ ਜ਼ਗੀਰਦਾਰ ਥੋੜੀ ਆ, ਤੁਸੀਂ ਵੀ ਮਜ਼ਦੂਰ ਹੀ ਆ। 2 ਤੋਂ ਲੈ ਕੇ 7-8 ਕਿੱਲਿਆਂ ਤੱਕ ਦਾ ਜਿਹੜਾ ਕਿਸਾਨ ਆ ਨਾ, ਉਹ ਕੋਈ ਜ਼ਗੀਰਦਾਰ ਨਹੀਂ ਆ ਵੀ ਉਹ ਗੁਲਾਮ ਬਣਾ ਕੇ ਰੱਖ ਸਕਦਾ ਕਿਸੇ ਨੂੰ। ਦੂਜੀ ਗੱਲ, ਤੁਸੀਂ ਕਹਿ ਰਹੇ ਆ ਕਿ ਉਹਨਾਂ ਦੀਆਂ ਸਰਕਾਰੀ ਸਹੂਲਤਾਂ ਗਰੀਬਾਂ ਦੀਆਂ ਬੰਦ ਹੋਣੀਆਂ ਚਾਹੀਦੀਆਂ। ਸਰਕਾਰੀ ਸਹੂਲਤਾਂ ਕਿਸੇ ਦੇ ਪਿਓ ਦੀਆਂ ਦਿੱਤੀਆਂ ਹੋਈਆਂ ਥੋੜੀ ਹੈ। ਸਰਕਾਰੀ ਸਹੂਲਤਾਂ ਗਰੀਬਾਂ ਦੇ ਜੋ ਫੰਡਾਮੈਂਟਲ ਰਾਈਟਸ ਨੇ, ਜੋ ਭਾਰਤ ਦਾ ਸੰਵਿਧਾਨ ਉਹਨਾਂ ਦੇ ਲਈ ਅਧਿਕਾਰ ਦਿੰਦਾ ਆ, ਉਹ ਗਰੀਬਾਂ ਨੂੰ ਸਹੂਲਤਾਂ ਸਰਕਾਰੀ ਭਾਰਤ ਦਾ ਸੰਵਿਧਾਨ ਦਿੰਦਾ ਆ, ਸਰਕਾਰ ਦਿੰਦੀ ਹੈ। ਗਰੀਬਾਂ ਦੀਆਂ ਸਰਕਾਰੀ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ। ਵਾਹ ਜੀ ਵਾਹ, ਵਾਹ ਜੀ ਵਾਹ ਸੰਗਤ ਜੀ। ਜਿਹੜੇ ਕਿਸਾਨ ਭਰਾਵਾਂ ਨੂੰ ਤਕਲੀਫ ਆ ਕਿ ਉਹ ਮਜ਼ਦੂਰ ਉਹਨਾਂ ਦਾ ਮਤਲਬ ਵੀ ਇੱਦਾਂ ਦੇ ਤੁਗਲਕੀ ਫਰਮਾਨ ਜਾਰੀ ਕਰਕੇ ਤੇ ਉਹ ਮਜ਼ਦੂਰਾਂ ਨੂੰ ਮਜਬੂਰ ਕਰਕੇ ਝੋਨਾ ਲਵਾ ਲੈਣਗੇ, ਉਹ ਭਰਾਵੋ ਮੇਰੀ ਹੱਥ ਜੋੜ ਕੇ ਬੇਨਤੀ ਆ, ਆਪਣੇ ਧੀਆਂ ਪੁੱਤਾਂ ਨੂੰ ਲਵੋ, ਆਪਣੇ ਧੀਆਂ ਪੁੱਤਾਂ ਨੂੰ ਲੈ ਕੇ ਤੇ ਉਹਨਾਂ ਦੇ ਕੋਲੋਂ ਝੋਨਾ ਲਵਾਓ। ਆਪਣੀਆਂ ਘਰ ਦੀਆਂ ਨੂੰ ਲੈ ਕੇ ਜਾਓ ਖੇਤਾਂ ਦੇ ਵਿੱਚ ਝੋਨਾ ਲਵਾਉਣ ਤੇ ਜਦੋਂ ਲੱਕ ਕੁੱਬਾ ਹੋਇਆ, ਉੱਤੋਂ ਉਹਨਾਂ ਨੂੰ ਧੁੱਪ ਪਈ ਤੇ ਥੱਲੇ ਪਾਣੀ ਦੀ ਭੜਾਸ ਪਈ ਤੇ ਤੁਹਾਡੇ ਧੀਆਂ ਪੁੱਤਾਂ ਦੇ ਵੀ ਥੋੜਾ ਜਿਹਾ ਅਕਲ ਟਿਕਾਣੇ ਆ ਜਾਊਗੀ। ਜਿਹੜੇ ਅੱਜ ਕੱਲ ਗਾਣਿਆਂ ਗੂਣਿਆਂ ਦੇ ਵਿੱਚ ਤੇ ਫਿਲਮਾਂ ਦੇ ਚੱਕਰਾਂ ਦੇ ਵਿੱਚ ਫੁਕਰੇ ਬਣਦੇ ਜਾ ਰਹੇ ਆ, ਉਹਨਾਂ ਦੀ ਵੀ ਥੋੜੀ ਜਿਹੀ ਸੁਰਤ ਉਹਨਾਂ ਨੂੰ ਆਊਗੀ। ਤੁਸੀਂ ਕੋਈ ਜ਼ਗੀਰਦਾਰ ਥੋੜੀ ਹੈ, ਤੁਸੀਂ ਆਪਣਾ ਝੋਨਾ ਆਪ ਲਾਓ। ਤੁਹਾਨੂੰ ਸਪਰੇਆਂ ਪੀ ਕੇ ਫਾਹੇ ਲੈ ਕੇ ਫਿਰ ਮਰਨ ਦੀ ਲੋੜ ਨਹੀਂ ਪਵੇਗੀ। ਮੈਂ ਆਪਣੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਵਸਦੇ ਮੈਂ ਸੰਗਤ ਦੇ ਚਰਨਾਂ 'ਚ ਬੇਨਤੀਆਂ ਕਰਨਾ ਚਾਹੁੰਦਾ ਆ। ਇਹ ਫੈਸਲਾ ਤੁਸੀਂ ਕਰਨਾ। ਇਹ ਵੀਡੀਓ ਜੋ ਮੈਂ ਤੁਹਾਨੂੰ ਦਿਖਾਈ ਆ, ਮੇਰੇ ਪੇਜ ਦੇ ਉੱਤੇ ਮੈਂ ਪੂਰੀ ਵੀਡੀਓ ਪਾਈ ਵੀ ਹੋਈ ਆ। ਕਿਆ ਇਹ ਗੁਰੂ ਦੇ ਸਿੱਖ ਹੋ ਸਕਦੇ ਆ ਜਿਨ੍ਹਾਂ ਨੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਹੋਈਆਂ ਔਰ ਫਤਿਹ ਵੀ ਗਜਾਉਂਦੇ ਆ ਤੁਗਲਕੀ ਫਰਮਾਨ ਜਾਰੀ ਕਰਕੇ? ਗੁਰੂ ਦਾ ਸਿੱਖ ਲੰਗਰ ਲਾਉਂਦਾ ਆ, ਗੁਰੂ ਦਾ ਸਿੱਖ ਸੰਗਤ ਦੇ ਪੈਸੇ ਦੇ ਨਾਲ ਲੰਗਰ ਲਾਉਂਦਾ ਆ, ਸੰਗਤਾਂ ਦਾ ਲੰਗਰ ਲਾਉਂਦਾ ਆ। ਉਹ ਲੰਗਰ ਦੇ ਬਦਲੇ ਕਦੀ ਕਿਸੇ ਦੇ ਕੋਲੋਂ ਕੋਈ ਫਾਇਦਾ ਨਹੀਂ ਲੈਂਦਾ। ਲੇਕਿਨ ਇਹ ਪਿੰਡਾਂ ਦੇ ਵਿੱਚ ਕਹਿੰਦੇ ਆ ਵੀ ਅਸੀਂ ਗਰੀਬ ਮਜ਼ਦੂਰਾਂ ਨੂੰ ਲੰਗਰ ਲਾਏ ਆ ਤੇ ਰਸਦਾਂ ਦਿੱਤੀਆਂ। ਰਸਦਾਂ ਇਹਨਾਂ ਨੇ ਕੋਈ ਨਹੀਂ ਦਿੱਤੀਆਂ। ਸਾਰੀ ਦੁਨੀਆ ਨੂੰ ਪਤਾ ਆ, ਸਾਰੇ ਪਿੰਡਾਂ ਦੇ ਗਰੀਬ ਲੋਕ ਜਿਹੜੇ ਨੇ ਉਹ ਤਰਾਹ ਕਰ ਰਹੇ ਆ, ਹਾਂ ਦਾ ਨਾਰਾ ਮਾਰ ਰਹੇ ਆ ਕਿ ਉਹਨਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਰਾਸ਼ਨ ਆ ਰਹੇ ਆ, ਸਰਕਾਰੀ ਸਹੂਲਤਾਂ ਆ ਰਹੀਆਂ ਨੇ, ਜਿਹੜੇ ਕਾਂਗਰਸੀ ਨੇ ਉਹ ਆਪਣੇ ਸਿਰਫ ਕਾਂਗਰਸ ਨੂੰ ਵੋਟ ਪਾਉਣ ਵਾਲਿਆਂ ਵਾਸਤੇ ਉਹਨਾਂ ਨੂੰ ਰਾਸ਼ਨ ਦੇ ਰਹੇ ਆ। ਗਰੀਬਾਂ ਨੂੰ ਕੋਈ ਰਾਸ਼ਨ ਨਹੀਂ ਦਿੱਤਾ ਜਾ ਰਿਹਾ, ਗਰੀਬਾਂ ਨੂੰ ਕੋਈ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। 8 ਤੋਂ 10 ਕਿੱਲਿਆਂ ਵਾਲੇ ਦੇ ਨੀਲੇ ਕਾਰਡ ਬਣੇ ਹੋਏ ਨੇ ਔਰ ਨੀਲੇ ਕਾਰਡਾਂ ਵਾਲੇ ਜਿਹੜੇ ਨੇ ਉਹ ਰਾਸ਼ਨ ਲੈ ਰਹੇ ਨੇ ਔਰ ਜਿਹੜੇ ਗਰੀਬ ਨੇ, ਜਿਹੜੇ ਮਜ਼ਦੂਰੀ ਕਰਦੇ ਆ, ਜਿਹੜੇ ਭੱਠਿਆਂ ਦੇ ਉੱਤੇ ਕੰਮ ਕਰਦੇ ਨੇ, ਉਹ ਗਰੀਬ ਮਜ਼ਦੂਰ ਜਿਹੜੇ ਨੇ ਉਹ ਇਹਨਾਂ ਦੇ ਇੱਦਾਂ ਦੇ ਤੁਗਲਕੀ ਫਰਮਾਨ ਹੋਣ ਦੇ ਬਾਵਜੂਦ, ਇਹਨਾਂ ਦੇ ਸਰਕਾਰੀ ਸਹੂਲਤਾਂ ਦੇ ਨਾਮ ਨਹੀਂ ਵੀ ਮੁਹੱਈਆ ਕਰਵਾ ਰਹੇ ਗਰੀਬਾਂ ਨੂੰ, ਫਿਰ ਵੀ ਉਹ ਰੋਟੀ ਖਾ ਰਹੇ ਆ, ਫਿਰ ਵੀ ਜਿਉਂਦੇ ਆ। ਕਿਉਂਕਿ ਰੋਟੀ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਦੇਣੀ ਆ। ਕਿਸੇ ਬੰਦੇ ਨੇ ਰੋਟੀ ਨਹੀਂ ਦੇਣੀ, ਕਿਸੇ ਇਨਸਾਨ ਨੂੰ ਰੋਟੀ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਦੇਣੀ ਆ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਪੂਰੀ ਦੁਨੀਆ ਨੂੰ ਪਤਾ ਚੱਲ ਸਕੇ ਕਿ ਪੰਜਾਬ ਦੇ ਵਿੱਚ ਬਿਪਰ ਦੀ ਰਾਹ ਦੇ ਉੱਤੇ ਚੱਲਦੇ ਹੋਏ ਵੇਦਾਂ ਸ਼ਾਸਤਰਾਂ ਦੀ ਪ੍ਰੈਕਟਿਸ ਕਰਨ ਵਾਲੇ, ਗਰੀਬਾਂ ਦੇ ਨਾਲ ਧੱਕਾ ਕਰਨ ਵਾਲੇ, ਗਰੀਬਾਂ ਦੇ ਉੱਤੇ ਤੁਗਲਕੀ ਫਰਮਾਨ ਜਾਰੀ ਕਰਨ ਵਾਲੇ, ਗਰੀਬਾਂ ਦੇ ਹੱਕਾਂ ਨੂੰ ਮਾਰਨ ਵਾਲੇ ਲੋਕ ਜਿਹੜੇ ਨੇ ਉਹ ਕਦੀ ਗੁਰੂ ਦੇ ਸਿੱਖ ਨਹੀਂ ਹੋ ਸਕਦੇ। ਉਹ ਬਿਪਰ ਦੇ ਰਾਹ ਤੇ ਚੱਲਣ ਵਾਲੇ ਉਹ ਲੋਕ ਨੇ। ਅਸੀਂ ਇਹਨਾਂ ਲੋਕਾਂ ਨੂੰ ਕਹਿਣੇ ਚਾਹੁੰਦੇ ਆ ਕਿ ਜੇ ਤੁਸੀਂ 35 ਮਹਾਂਪੁਰਸ਼ਾਂ ਦੀ ਸੋਚ
ਸੋਚ ਦੇ ਉੱਤੇ ਪਹਿਰਾ ਨਹੀਂ ਦੇਣਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸੋਚ ਤੇ ਪਹਿਰਾ ਨਹੀਂ ਦੇਣਾ, ਫਿਰ ਤੁਸੀਂ ਸਿੱਖੀ ਦੇ ਵਿੱਚ ਕਿਉਂ ਆਏ ਹੋ? ਸਿੱਖੀ ਦਾ ਸਿਧਾਂਤ ਹੈ ਕਿ ਗਊ ਗਰੀਬ ਦੀ ਰੱਖਿਆ ਕਰਨੀ ਔਰ ਗਰੀਬਾਂ ਦੇ ਹੱਕਾਂ ਦੇ ਲਈ ਲੜਨਾ, ਜਿਹਦੇ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਲੜੇ ਸੀ। ਸਿੱਖੀ ਦਾ ਤੇ ਫਲਸਫਾ ਇਹ ਆ, ਸਿੱਖਾਂ ਵਾਸਤੇ, ਗਰੀਬਾਂ ਵਾਸਤੇ ਤੇ ਗੁਰੂ ਸਾਹਿਬਾਨਾਂ ਨੇ ਆਪਣੇ ਪਰਿਵਾਰ ਵਾਰ ਦਿੱਤੇ। ਤੇ ਤੁਸੀਂ ਲੋਕ ਕੌਣ ਹੁੰਦੇ ਹੋ ਜਿਹੜੇ ਪੱਗਾਂ ਬੰਨ੍ਹ ਕੇ ਸਿੱਖਾਂ ਵਰਗੇ ਦਿਖਦੇ ਹੋ ਤੇ ਸਿੱਖੀ ਨੂੰ ਬਦਨਾਮ ਕਰ ਰਹੇ ਹੋ, ਔਰ ਫਰਮਾਨ ਤੁਸੀਂ ਤੁਗਲਕੀ ਜਾਰੀ ਕਰ ਰਹੇ ਹੋ, ਪ੍ਰੈਕਟਿਸ ਤੁਸੀਂ ਵੇਦਾਂ ਸ਼ਾਸਤਰਾਂ ਦੀ ਕਰ ਰਹੇ ਹੋ। ਤੁਹਾਨੂੰ ਫਿਰ ਹਿੰਦੂ ਕਿਉਂ ਨਾ ਕਹਿਣ ਲੋਕ? ਤੁਹਾਨੂੰ ਹਿੰਦੂ ਕਿਉਂ ਨਾ ਕਹਿਣ? ਕਿਉਂਕਿ ਤੁਸੀਂ ਹਰਕਤਾਂ ਹਿੰਦੂ ਵਾਲੀਆਂ ਕਰਦੇ ਹੋ, ਹਰਕਤਾਂ ਤੁਸੀਂ ਵਿਪਰ ਵਾਲੀਆਂ ਕਰਦੇ ਹੋ, ਹਰਕਤਾਂ ਤੁਸੀਂ ਜਿਹੜੀਆਂ ਨੇ ਉਹ ਹਿੰਦੂਆਂ ਵਾਲੀ ਕਰੋਗੇ ਤੇ ਤੁਹਾਨੂੰ ਹਿੰਦੂ ਹੀ ਕਿਹਾ ਜਾਵੇਗਾ। ਗਰੀਬਾਂ ਵਾਸਤੇ ਤੁਗਲਕੀ ਫਰਮਾਨ ਜਾਰੀ ਕਰ ਦੇਣਾ, 70 ਰੁਪਏ ਕਿਲੋ ਦੁੱਧ ਪਿੰਡ ਦੇ ਵਿੱਚ ਗਰੀਬ ਨੂੰ ਜੱਟ ਦੇਵੇਗਾ। ਵਾਹ ਜੀ ਵਾਹ, 70 ਰੁਪਏ ਇੱਕ ਗਰੀਬ ਮਜ਼ਦੂਰ ਪਿੰਡ ਦੇ ਵਿੱਚ ਰਹਿਣ ਵਾਲੇ ਨੂੰ ਜੱਟ ਜਿਹੜਾ 70 ਰੁਪਏ ਦੁੱਧ ਕਿਲੋ ਦੇਵੇਗਾ। ਉਹਨਾਂ ਦੇ ਗਰੀਬਾਂ ਨੂੰ ਪੱਠੇ ਨਹੀਂ ਦਿੱਤੇ ਜਾਣਗੇ, ਉਹਨਾਂ ਨੂੰ ਵੱਟਾਂ ਤੇ ਨਹੀਂ ਚੜ੍ਹਨ ਦਿੱਤਾ ਜਾਵੇਗਾ। ਵਾਹ ਜੀ ਵਾਹ। ਮੈਂ ਆਪਣੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਸਾਰੇ ਗਰੀਬ ਮਜ਼ਦੂਰ ਭਰਾਵਾਂ ਨੂੰ, ਮਜ਼੍ਹਬੀ ਸਿੱਖਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ, ਉਹ ਮਜ਼੍ਹਬੀ ਸਿੰਘੋ, ਉਹ ਗੁਰੂ ਦੇ ਪਿਆਰਿਓ, ਉਹ ਤੁਸੀਂ ਮਾਰਸ਼ਲ ਫੋਰਸ ਹੋ, ਤੁਸੀਂ ਮਾਰਸ਼ਲ ਕੌਮਾਂ ਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੁਹਾਨੂੰ ਮਜ਼੍ਹਬੀ ਸਿੰਘਾਂ ਨੂੰ ਨਾਲ ਲੈ ਕੇ ਇਹਨਾਂ ਜੱਟਾਂ ਨੂੰ ਲਾਲੇ ਬਾਣੀਆਂ ਦੇ ਇਹ ਸੀਰੀ ਹੁੰਦੇ ਸੀਗੇ, ਇਹਨਾਂ ਨੂੰ ਜ਼ਮੀਨਾਂ ਦੇ ਪੱਟੇ ਇਹਨਾਂ ਦੇ ਨਾਂ ਦੇ ਉੱਤੇ ਕਰਵਾ ਕੇ ਦਿੱਤੇ। ਤੇ ਅੱਜ ਇਹ ਆਪਣੀ ਔਕਾਤ ਭੁੱਲ ਕੇ ਇਹ ਲੋਕ ਬਿਪਰ ਦੇ ਵੀ ਰਾਹ ਦੇ ਉੱਤੇ ਚੱਲਦੇ ਹੋਏ ਜ਼ਮੀਨਾਂ ਮਿਲ ਗਈਆਂ ਤੇ ਕਿਆ ਤੁਸੀਂ ਖੁਦਾ ਬਣ ਗਏ? ਕਿਆ ਤੁਸੀਂ ਰੱਬ ਬਣ ਗਏ? ਕਿਆ ਤੁਸੀਂ ਇਸ ਤਰ੍ਹਾਂ ਦੇ ਤੁਗਲਕੀ ਫਰਮਾਨ ਜਾਰੀ ਕਰੋਗੇ ਗਰੀਬ ਮਜ਼ਦੂਰਾਂ ਵਾਸਤੇ? ਜਿਨ੍ਹਾਂ ਦੀ ਮਦਦ ਲੈ ਕੇ ਇਤਿਹਾਸ ਪੜ੍ਹੋ, ਇਤਿਹਾਸ ਗਵਾਹ ਆ ਕਿ ਗਰੀਬ ਮਜ਼ਦੂਰਾਂ ਦਾ, ਦਲਿਤਾਂ ਦਾ, ਮਾਰਸ਼ਲ ਕੌਮਾਂ ਦਾ, ਜਿਨ੍ਹਾਂ ਨੂੰ ਸਾਹਿਬ ਕਮਾਲ ਕਲਗੀਧਰ ਪਿਤਾ ਜੀ ਨੇ, ਜਿਨ੍ਹਾਂ ਨੂੰ ਪਤਾ ਸੀ ਇਹ ਲੜਾਕੂ ਕੌਮਾਂ ਨੇ, ਇਹਨਾਂ ਦੇ ਜਿਗਰੇ ਬਹੁਤ ਵੱਡੇ ਨੇ, ਉਹਨਾਂ ਦਾ ਸਾਥ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਕਿਸਾਨਾਂ ਨੂੰ, ਇਹਨਾਂ ਜੱਟਾਂ ਨੂੰ ਜ਼ਮੀਨਾਂ ਦਵਾਈਆਂ। ਤੇ ਅੱਜ ਉਹਨਾਂ ਦਾ ਬਾਈਕਾਟ ਹੋ ਰਿਹਾ ਪਿੰਡਾਂ ਦੇ ਵਿੱਚ। ਤੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਧੋਖਾ ਦੇ ਗਏ ਸੀ, ਜਿਨ੍ਹਾਂ ਨੇ ਪੈਰ ਦੇ ਉੱਤੇ ਧੋਖਾ ਦਿੱਤਾ, ਕਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਾਥ ਨਹੀਂ ਦਿੱਤਾ। ਸੰਗਤ ਜੀ, ਅੱਜ ਉਹ ਲੋਕ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਤੇ ਗੋਲਕਾਂ ਤੇ ਚੌਧਰਾਂ ਦੇ ਉੱਤੇ ਕਾਬਜ ਹੋ ਕੇ ਬੈਠੇ ਆ। ਜਿਨ੍ਹਾਂ ਨੇ ਸਿੱਖੀ ਵਾਸਤੇ ਸਿਰ ਦਿੱਤੇ, ਉਹ ਅੱਜ ਪਿੰਡਾਂ ਦੇ ਵਿੱਚ ਦਾਣੇ ਦਾਣੇ ਨੂੰ ਮੁਹਤਾਜ ਨੇ। ਜਿਨ੍ਹਾਂ ਨੇ ਜੰਗਾਂ ਲੜੀਆਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਾਥ ਦਿੱਤਾ, ਜਿਨ੍ਹਾਂ ਮਜ਼੍ਹਬੀ ਸਿੰਘ, ਰੰਗਰੇਟੇ ਗੁਰੂ ਕੇ ਬੇਟੇ, ਮਾਰਸ਼ਲ ਕੌਮ, ਜਿਹੜੀ ਇੱਕ ਲੜਾਕੂ ਕੌਮ ਹੈ, ਅੱਜ ਉਹਨਾਂ ਨੂੰ ਫੇਰ ਵਿਪਰ ਦੇ ਰਾਹ ਦੇ ਉੱਤੇ ਚੱਲ ਕੇ ਗਰੀਬ ਰਹਿਣਾ ਔਰ ਗੁਲਾਮ ਰੱਖਣਾ ਔਰ ਅਨਪੜ੍ਹ ਰੱਖਣਾ, ਉਹਨਾਂ ਦਾ ਫੇਰ ਧਰਮ ਬਣਾਈ ਜਾਂਦੇ ਆ। ਇਹੀ ਕੰਮ ਵਿਪਰ ਕਰਦਾ, ਇਹੀ ਕੰਮ ਪਿੰਡ ਦੇ ਵਿੱਚ ਸਿੱਖਾਂ ਵਰਗਾ ਦਿਖਣ ਵਾਲਾ ਇਹ ਕਰ ਰਿਹਾ। ਇਹ ਸਿੱਖ ਹੋ ਸਕਦਾ? ਇਹ ਗੁਰੂ ਦਾ ਕਦੀ ਸਿੱਖ ਨਹੀਂ ਹੋ ਸਕਦਾ। ਮੈਂ ਆਪਣੇ ਮਜ਼੍ਹਬੀ ਸਿੰਘਾਂ ਨੂੰ, ਰੰਗਰੇਟੇ ਗੁਰੂ ਕੇ ਬੇਟਿਆਂ ਨੂੰ ਕਹਿਣਾ ਚਾਹੁੰਦਾ ਆ ਕਿ ਤੁਹਾਡੀ ਬਦੌਲਤ ਇਹਨਾਂ ਲੋਕਾਂ ਦੇ ਕੋਲ ਜ਼ਮੀਨਾਂ ਆਈਆਂ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੁਹਾਡਾ ਸਾਥ ਲੈ ਕੇ ਇਹਨਾਂ ਨੂੰ ਜ਼ਮੀਨਾਂ ਦਵਾਈਆਂ ਸੀ, ਪਰ ਇਹ ਆਪਣੀ ਔਕਾਤ ਭੁੱਲ ਚੁੱਕੇ ਆ। ਇਹ ਤੁਹਾਡੇ ਉੱਤੇ ਤੁਗਲਕੀ ਫਰਮਾਨ ਜਾਰੀ ਕਰਕੇ ਤੁਹਾਡੇ ਧੀਆਂ ਪੁੱਤਾਂ ਨੂੰ ਅਨਪੜ੍ਹ ਰਹਿਣਾ, ਤੁਹਾਨੂੰ ਗਰੀਬ ਰੱਖਣਾ, ਗੁਲਾਮ ਰੱਖਣਾ, ਇਹ ਤੁਹਾਡਾ ਧਰਮ ਬਣਾਉਂਦੇ ਆ। ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਨਾ ਚਾਹੁੰਦਾ, ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਨਾ ਚਾਹੁੰਦਾ, ਮੇਰੇ ਪਿੰਡਾਂ ਦੇ ਗਰੀਬ ਭੈਣ ਭਰਾਓ, ਮਜ਼੍ਹਬੀ ਸਿੰਘੋ, ਭਾਰਤ ਦੇ ਮੂਲ ਨਿਵਾਸੀਓ, ਆਹ ਦੇਖੋ, ਆਹ ਕਰੋਨਾ ਮਹਾਮਾਰੀ ਦੀ ਵਜ੍ਹਾ ਕਰਕੇ ਕਿੰਨੇ ਭਈਏ ਜਿਹੜੇ ਨੇ ਪੰਜਾਬ ਛੱਡ ਕੇ ਚਲੇ ਗਏ ਆ। ਉਹ ਤੁਸੀਂ ਸ਼ਹਿਰਾਂ ਦੇ ਵਿੱਚ ਆਓ, ਮੈਂ ਤੁਹਾਡੀ ਮਦਦ ਕਰਾਂਗਾ, ਦਾਸ ਤੁਹਾਡੀ ਮਦਦ ਕਰੇਗਾ। ਤੁਸੀਂ ਰੇਹੜੀਆਂ ਲਾਓ, ਇੱਥੇ ਰੇਹੜੀਆਂ ਲਾ ਕੇ ਸਬਜ਼ੀਆਂ ਵੇਚ ਕੇ, ਗੁਰੂ ਦੇ ਪਿਆਰਿਓ, ਸਬਜ਼ੀਆਂ ਵੇਚ ਕੇ ਭਈਆਂ ਨੇ ਨੋਟ ਮੋਟੇ ਕਮਾਏ। ਕਈਆਂ ਨੇ ਦਿੱਤੇ ਕੋਠੀਆਂ ਬਣਾ ਕੇ ਤੇ ਰਹਿ ਰਹੇ ਆ ਸ਼ਹਿਰਾਂ ਦੇ ਵਿੱਚ। ਤੁਸੀਂ ਸ਼ਹਿਰ ਛੱਡੋ, ਰਵੋ ਬੇਸ਼ੱਕ ਪਿੰਡ ਦੇ ਵਿੱਚ, ਲੇਕਿਨ ਸ਼ਹਿਰਾਂ 'ਚ ਆਣ ਕੇ ਕੰਮ ਕਰੋ। ਤੁਸੀਂ ਕਰਨੀ ਤੇ ਮਿਹਨਤ ਆ, ਧੁੱਪਾਂ ਦੇ ਵਿੱਚ ਵੀ ਤੁਸੀਂ ਸੜਦੇ ਹੋ, ਤੇ ਕਿਉਂ ਨਾ ਤੁਸੀਂ ਸ਼ਹਿਰ ਆਣ ਕੇ ਰੇਹੜੀਆਂ ਲਾਓ, ਫੜੀਆਂ ਲਾ ਲਓ, ਛੋਟੇ ਮੋਟੇ ਕੰਮਾਂ ਤੇ ਕਾਬਜ ਹੋ ਜਾਓ। ਆਹ ਕਰੋਨਾ ਮਹਾਮਾਰੀ ਦੀ ਵਜ੍ਹਾ ਕਰਕੇ ਭਈਏ ਜਿਹੜੇ ਨੇ ਉਹ ਪਿੰਡ ਛੱਡ ਕੇ, ਉਹ ਆਪਣਾ ਸ਼ਹਿਰ ਛੱਡ ਕੇ, ਤੇ ਉਹ ਆਪਣੇ ਪਿੰਡਾਂ ਨੂੰ ਵਾਪਸ ਚਲੇ ਗਏ। ਆਓ, ਅਸੀਂ ਤੁਹਾਡੀ ਮਦਦ ਕਰਾਂਗੇ। ਮੇਰੀ ਸਾਰੇ ਪੰਜਾਬ ਦੇ ਅਣਖੀ ਪੰਜਾਬੀਆਂ ਨੂੰ,
ਗੁਰਬਾਣੀ ਨੂੰ ਪਿਆਰ ਕਰਨ ਵਾਲੇ ਸਿੱਖਾਂ ਨੂੰ ਅਸਲ ਗੁਰੂ ਦੇ ਸਿੰਘਾਂ ਦੇ ਚਰਨਾਂ 'ਚ ਬੇਨਤੀਆਂ ਨੇ ਕਿ ਇਸ ਤਰ੍ਹਾਂ ਦੇ ਤੁਗਲਕੀ ਫਰਮਾਨ ਜਾਰੀ ਕਰਨ ਵਾਲਿਆਂ ਦਾ ਇਹਨਾਂ ਦਾ ਸਿੱਖੀ ਦੇ ਵਿੱਚੋਂ ਇਹਨਾਂ ਨੂੰ ਛੇਕਿਆ ਜਾਵੇ, ਇਹਨਾਂ ਦਾ ਬਾਈਕਾਟ ਕੀਤਾ ਜਾਵੇ, ਕਿਉਂਕਿ ਗੁਰੂ ਸਾਹਿਬ ਨੇ ਸਿੱਖੀ ਜਿਹੜੀ ਬਣਾਈ ਹੈ ਉਹ ਗਊ ਗਰੀਬ ਦੀ ਰੱਖਿਆ ਕਰਨ ਵਾਸਤੇ ਹੈ। ਗਰੀਬ ਦਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਇਹਨਾਂ ਨੇ ਗੋਲਕ ਦੇ ਉੱਤੇ ਤਾਂ ਲਿਖ ਦਿੱਤਾ ਕਿ ਗਰੀਬ ਦਾ ਮੂੰਹ, ਲੇਕਿਨ ਗਰੀਬਾਂ ਦੇ ਨਾਲ ਇਹ ਇਸ ਤਰ੍ਹਾਂ ਦੇ ਤੁਗਲਕੀ ਫਰਮਾਨ ਜਾਰੀ ਕਰ ਰਹੇ ਆ ਕਿ ਉਹਨਾਂ ਗਰੀਬ ਅਗਰ ਆਪਣੀ ਗਊ ਛੱਡ ਦਿੰਦੇ ਇਹਨਾਂ ਦੇ ਖੇਤਾਂ ਦੇ ਵਿੱਚ ਉਹਨਾਂ ਨੂੰ 5000 ਰੁਪਇਆ ਜੁਰਮਾਨਾ ਕੀਤਾ ਜਾਵੇਗਾ। ਕਿਆ ਇਹ ਸਿੱਖ ਨੇ? ਕਿਆ ਇਹ ਸਿੱਖ ਦੇ ਵੱਲੋਂ ਫਰਮਾਨ ਜਾਰੀ ਹੋਇਆ ਜੀ? ਇਹਨਾਂ ਦੇ ਉੱਤੇ ਫਰਮਾਨ ਜਾਰੀ ਕਰਕੇ ਫਤਿਹ ਬੁਲਾਉਂਦੇ ਪਏ ਆ, ਗੁਰੂਆਂ ਦੀ ਫਤਿਹ ਗਜਾਉਂਦੇ ਪਏ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ ਗਜਾਉਂਦੇ ਪਏ ਆ ਗੁਰੂਆਂ ਦੀ, ਗੁਰੂ ਸਾਹਿਬਾਨਾਂ ਦੀ। ਇਹਨਾਂ ਨੇ ਲੋਕ ਸਿੱਖੀ ਦੇ ਵਿੱਚ ਆਣ ਕੇ ਸਿੱਖੀ 'ਚ ਗੰਦ ਪਾ ਦਿੱਤਾ ਇਹਨਾਂ ਲੋਕਾਂ ਨੇ। ਗੁਰੂ ਸਾਹਿਬ ਨੇ ਜਿਹੜੀ ਸੰਗਤ ਪੰਗਤ ਬਾਟਾ ਸਰੋਵਰ ਇੱਕ ਕਰਕੇ ਗੁਰੂ ਸਾਹਿਬ ਨੇ ਜਿਹੜਾ ਇੱਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਹ ਲੋਕ ਗੁਰੂ ਸਾਹਿਬਾਨਾਂ ਨਾਲੋਂ ਵੱਡੇ ਹੋ ਗਏ। ਗੁਰੂ ਸੰਗਤ ਜੀ, ਇਹ ਲੋਕ ਗੁਰੂ ਸਾਹਿਬਾਨਾਂ ਨਾਲੋਂ ਵੱਡੇ ਹੋ ਗਏ। ਗੁਰੂ ਸਾਹਿਬ ਨੇ ਆਪਣੇ ਪਰਿਵਾਰ ਵਾਰ ਕੇ ਸੰਗਤ ਪੰਗਤ ਬਾਟਾ ਸਰੋਵਰ ਇੱਕ ਕਰਕੇ ਗਏ ਆ, ਇਹ ਬਾਟੇ ਦੋ ਦੋ ਕਰੀ ਜਾ ਰਹੇ ਆ। ਇਹ ਕਿਆ ਗੁਰੂ ਸਾਹਿਬਾਨਾਂ ਨਾਲੋਂ ਵੱਡੇ ਹੋ ਗਏ? ਜਿਹੜੇ ਸਿੱਖੀ ਦੇ ਵਿੱਚ ਆਣ ਕੇ ਦੋ ਦੋ ਬਾਟੇ ਕਰਕੇ ਹਿੰਦੂਆਂ ਵਾਲੀ ਪ੍ਰੈਕਟਿਸ ਕਰ ਰਹੇ ਆ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਵੀ ਸਿੱਖੀ ਨੂੰ ਛੱਡ ਦਿਓ। ਸਿੱਖੀ ਤੁਹਾਡੀ ਨਹੀਂ ਹੈ। ਸਿੱਖੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਸੀ, ਇਨ ਗਰੀਬ ਸਿੱਖਣ ਕੋ ਮੈਂ ਦੂੰ ਪਾਤਸ਼ਾਹੀ, ਇਹ ਯਾਦ ਕਰੇ ਮੇਰੀ ਗੁਰਿਆਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗਰੀਬਾਂ ਨੂੰ ਸਿੱਖੀ ਦਿੱਤੀ ਸੀ। ਗਰੀਬਾਂ ਦਾ, ਜਿਨ੍ਹਾਂ ਦਾ ਬ੍ਰਾਹਮਣ ਨੇ ਵਿਪਰ ਨੇ ਅਨਪੜ੍ਹ ਰਹਿਣਾ ਧਰਮ ਬਣਾ ਦਿੱਤਾ ਸੀ, ਸਿੱਖਣਾ ਸਿੱਖੀ ਉਹਨਾਂ ਦਾ ਧਰਮ ਬਣਾ ਦਿੱਤਾ ਸਾਡੇ 35 ਮਹਾਂਪੁਰਸ਼ਾਂ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ। ਤੁਸੀਂ ਹਿੰਦੂ ਬਣ ਜਾਓ। ਜੇ ਤੁਸੀਂ ਹਿੰਦੂਆਂ ਵਾਲੀ ਪ੍ਰੈਕਟਿਸ ਕਰਨੀ ਆ, ਹਿੰਦੂਆਂ ਦੇ ਵੇਦਾਂ ਸ਼ਾਸਤਰਾਂ ਦੀ ਪ੍ਰੈਕਟਿਸ ਕਰਨੀ ਆ, ਉਹ ਸਤਿਕਾਰਯੋਗ ਨੇ, ਪਰ ਉਹ ਉਹਨਾਂ ਨੂੰ ਮੁਬਾਰਕ। ਜੇ ਤੁਸੀਂ ਉਹਨਾਂ ਦੀ ਪ੍ਰੈਕਟਿਸ ਕਰਨੀ ਆ, ਫਿਰ ਤੁਸੀਂ ਸਿੱਖੀ ਦੇ ਵਿੱਚ ਆਣ ਕੇ ਗੰਦ ਕਿਉਂ ਪਾ ਰਹੇ ਹੋ? ਸਿੱਖੀ ਦੇ ਸਿਧਾਂਤਾਂ ਨੂੰ ਕਿਉਂ ਖਰਾਬ ਕਰ ਰਹੇ ਹੋ? ਬਾਟੇ ਦੋ ਦੋ ਕਿਉਂ ਕਰ ਰਹੇ ਹੋ? ਮੈਂ ਉਹਨਾਂ ਨਿਹੰਗ ਸਿੰਘਾਂ ਦੇ ਨਾਲ, ਉਹਨਾਂ ਸਾਰੇ ਸਿੱਖਾਂ ਦੇ ਨਾਲ ਆ ਜਿਨ੍ਹਾਂ ਨੇ ਆਵਾਜ਼ ਚੁੱਕੀ ਹੈ ਕਿ ਉਹਨਾਂ ਦੇ ਨਾਲ ਦਲ ਪੰਥਾਂ ਦੇ ਵਿੱਚ ਜੇ ਵਿਤਕਰੇ ਹੁੰਦੇ ਆ, ਉਹ ਵਿਤਕਰੇ ਕਰਨ ਵਾਲੇ ਕੌਣ ਹੁੰਦੇ ਆ, ਉਹਨਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ। ਮੈਂ ਉਹਨਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਆ, ਤੇ ਜਿਹੜੀਆਂ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਚੁੱਪ ਬੈਠੀਆਂ ਹੋਈਆਂ ਨੇ ਔਰ ਗੁਲਾਮੀ ਕਰ ਰਹੀਆਂ ਨੇ ਔਰ ਬਿਲਕੁਲ ਖੁੱਲ੍ਹ ਕੇ ਨਹੀਂ ਅੱਗੇ ਆ ਰਹੀਆਂ, ਇਸ ਤਰ੍ਹਾਂ ਦੇ ਗਰੀਬਾਂ ਦੇ ਨਾਲ ਹੋ ਰਹੇ ਬਾਈਕਾਟ ਦੇ ਵਿੱਚ ਅਗਰ ਉਹ ਗਰੀਬਾਂ ਵਾਸਤੇ ਨਹੀਂ ਬੋਲਦੀਆਂ, ਤੇ ਮੈਂ ਸਾਰੇ ਮਜ਼੍ਹਬੀ ਸਿੰਘਾਂ ਨੂੰ ਵੀ ਕਹਿਣਾ ਚਾਹੁੰਦਾ ਆ, ਇੱਦਾਂ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਦਾ ਵੀ ਬਾਈਕਾਟ ਕਰੋ ਜਿਹੜੀਆਂ ਗਰੀਬ ਮਜ਼ਦੂਰਾਂ ਵਾਸਤੇ ਆਵਾਜ਼ ਨਾ ਚੁੱਕਣ, ਤੁਹਾਡੇ ਨਾਲ ਨਾ ਖੜਨ ਔਰ ਤੁਹਾਡੇ ਫੰਡਾਮੈਂਟਲ ਅਧਿਕਾਰਾਂ ਵਾਸਤੇ ਅਗਰ ਨਾਲ ਨਾ ਖੜ ਕੇ ਜਿਹੜੀਆਂ ਖਾਲੀ ਰੋਟੀਆਂ ਵਾਸਤੇ ਕੰਮ ਕਰ ਰਹੇ ਆ, ਇੱਦਾਂ ਦੀਆਂ ਧਾਰਮਿਕ ਜਥੇਬੰਦੀਆਂ ਦਾ ਆਪਾਂ ਨੂੰ ਸਾਰੇ ਮਜ਼੍ਹਬੀ ਸਿੱਖਾਂ ਨੂੰ ਰਲ ਕੇ ਬਾਈਕਾਟ ਕਰਨਾ ਚਾਹੀਦਾ। ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਆ। ਜਿਹੜੇ ਗਰੀਬ ਮਜ਼ਦੂਰਾਂ ਦਾ ਸਾਥ ਨਾ ਦੇਣ, ਜਿਹੜੀਆਂ ਹੋ ਰਹੇ ਸਿੱਖਾਂ ਦੇ ਵਿੱਚ ਹੋ ਰਹੇ ਜਾਤੀ ਵਿਤਕਰੇ ਦੇ ਖਿਲਾਫ ਖੁੱਲ੍ਹ ਕੇ ਨਾ ਆਉਣ, ਇੱਦਾਂ ਦੀਆਂ ਧਾਰਮਿਕ ਜਥੇਬੰਦੀਆਂ ਤੋਂ ਮਜ਼੍ਹਬੀ ਸਿੰਘਾਂ ਤੋਂ ਆਪਾਂ ਕੀ ਲੈਣਾ ਦੇਣਾ? ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਹੈ। ਜਿਹੜੀਆਂ ਗਰੀਬਾਂ ਦੇ ਹੱਕਾਂ ਦੇ ਲਈ ਨਾ ਬੋਲਣ, ਜਿਹੜੀਆਂ ਜਾਤੀ ਵਿਤਕਰੇ ਦੇ ਖਿਲਾਫ ਜੋ ਨਿਹੰਗ ਸਿੰਘਾਂ ਨੇ ਜਿਨ੍ਹਾਂ ਨੇ ਆਵਾਜ਼ ਚੁੱਕੀ ਆ, ਜਿਹੜੀ ਉਹਨਾਂ ਦੇ ਨਾਲ ਖੁੱਲ੍ਹ ਕੇ ਸਾਥ ਨਾ ਦੇਣ, ਇੱਦਾਂ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਪਹਿਚਾਣੋ। ਇਹਨਾਂ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਆ, ਜਿਹੜੀਆਂ ਖੁੱਲ੍ਹ ਕੇ ਨਹੀਂ ਆ ਰਹੀਆਂ, ਸਿਰਫ ਖਾਲੀ ਇਹ ਆਪਣੇ ਰੋਜੀ ਰੋਟੀ ਚਲਾਉਣ ਵਾਸਤੇ ਹੀ ਇਹਨਾਂ ਨੇ ਧਾਰਮਿਕ ਜਥੇਬੰਦੀਆਂ ਬਣਾਈਆਂ। ਇਹਨਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਡਾਕਟਰ ਗੁਰਿੰਦਰ ਸਿੰਘ ਨਗਰੇਟੇ ਦਾ ਇੱਦਾਂ ਦੀਆਂ ਜਥੇਬੰਦੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਆ। ਆਪਾਂ ਸਾਰੇ, ਕਿਉਂਕਿ ਦਾਸ ਸਿਰਫ ਗਊ ਗਰੀਬ ਦੀ ਰੱਖਿਆ ਦੀ ਗੱਲ ਕਰਦਾ ਔਰ ਗਰੀਬਾਂ ਨਾਲ ਸਿੱਖਾਂ ਨਾਲ ਹੋ ਰਹੇ ਜਾਤੀ ਵਿਤਕਰੇ ਦੇ ਖਿਲਾਫ ਮੇਰੇ ਬੋਲਣ ਤੋਂ ਪਹਿਲਾਂ ਵੀ ਜਾਤੀ ਵਿਤਕਰੇ ਹੁੰਦੇ ਸੀ। ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਤੇ ਮੇਰਾ ਵਿਰੋਧ ਕਰਦੇ ਆ ਲੋਕ ਵੀ ਤੂੰ ਜੱਟਾਂ ਸਿੱਖਾਂ ਦੇ ਵਿੱਚ ਤੇ ਮਜ਼੍ਹਬੀ ਸਿੱਖਾਂ ਦੇ ਵਿੱਚ ਤੇ ਜੱਟਾਂ ਦੇ ਵਿੱਚ ਪਾੜਾ ਪਾ ਰਹੇ। ਪਾੜਾ ਮੇਰੇ ਬੋਲਣ ਕਰਕੇ ਨਹੀਂ ਪੈ ਰਿਹਾ, ਪਾੜਾ ਤੇ ਸੈਂਕੜੋਂ ਸਾਲਾਂ ਤੋਂ ਆ। ਫਿਰ ਜਿਹੜੇ ਲੋਕਾਂ ਨੇ ਸਿੱਖੀ ਸਿਧਾਂਤਾਂ ਦਾ ਘਾਣ ਕਰਕੇ ਬਾਟੇ ਵੱਖਰੇ ਕੀਤੇ ਆ, ਪਾੜਾ ਅਸੀਂ ਮਾਰੇ ਆ ਕਿ ਉਹ ਮਾਰੇ ਆ? ਅਸੀਂ ਤਾਂ ਜ਼ੁਲਮ ਦੇ ਖਿਲਾਫ ਬੋਲਣਾ, ਬੋਲਦੇ ਰਵਾਂਗੇ। ਦਾਸ ਹਮੇਸ਼ਾ ਗਊ ਗਰੀਬ ਦੇ ਨਾਲ ਆ, ਉਹਨਾਂ ਦੀ ਰੱਖਿਆ ਵਾਸਤੇ ਇਹ ਤਲਵਾਰ, ਇਹ ਕਿਰਪਾਨ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਆ। ਮੈਂ ਹਮੇਸ਼ਾ ਉਹਨਾਂ ਦੇ ਨਾਲ ਆ। ਉਹਨਾਂ ਨਿਹੰਗ ਸਿੰਘ ਜਥੇਬੰਦੀਆਂ ਦਾ ਹਮੇਸ਼ਾ ਮੈਂ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਵਾਂਗਾ। ਮਜ਼੍ਹਬੀ ਸਿੰਘੋ, ਅਗਰ ਤੁਸੀਂ ਸਿੱਖੀ ਨੂੰ ਪਿਆਰ ਕਰਦੇ ਹੋ, ਅਗਰ ਤੁਸੀਂ ਦਾਸ ਦੇ ਉੱਤੇ ਭਰੋਸਾ ਕਰਦੇ ਹੋ, ਤੇ ਉਹਨਾਂ ਧਾਰਮਿਕ ਜਥੇਬੰਦੀਆਂ ਨੂੰ ਆਪਣੀਆਂ ਨੂੰ ਪਛਾਣੋ
ਜਿਹੜੀਆਂ ਖੁੱਲ੍ਹ ਕੇ ਉਹਨਾਂ ਨਿਹੰਗ ਸਿੰਘਾਂ ਦਾ ਸਾਥ ਨਹੀਂ ਦੇ ਰਹੀਆਂ ਜਿਨ੍ਹਾਂ ਦੇ ਨਾਲ ਦਲ ਪੰਥਾਂ ਦੇ ਵਿੱਚ ਜਾਤੀ ਵਿਤਕਰੇ ਹੋ ਰਹੇ ਆ। ਬਾਟੇ 2 ਕਰਕੇ ਜਿਨ੍ਹਾਂ ਨਿਹੰਗ ਸਿੰਘਾਂ ਨੇ ਆਵਾਜ਼ ਚੁੱਕੀ ਆ, ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਉਹ ਧਾਰਮਿਕ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਜਿਹੜੀ ਪਿੰਡਾਂ ਦੇ ਵਿੱਚ ਹੋ ਰਹੇ ਮਜ਼ਦੂਰਾਂ ਦੇ ਬਾਈਕਾਟ ਦੇ ਖਿਲਾਫ ਆਵਾਜ਼ ਚੁੱਕਣ। ਉਹ ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਸਾਡੀਆਂ, ਤੇ ਜਿਹੜੀਆਂ ਇਸ ਤਰ੍ਹਾਂ ਦੇ ਮਾਮਲਿਆਂ ਦੇ ਉੱਤੇ ਚੁੱਪੀ ਵੱਟੀ ਰੱਖਣ, ਸਮਝ ਲਓ ਕਿ ਉਹਨਾਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਕਿਉਂਕਿ ਉਹ ਆਪਣੇ ਵਾਸਤੇ ਹੀ ਆਪਣੀਆਂ ਰੋਟੀਆਂ ਸੇਕਣ ਵਾਸਤੇ ਉਹਨਾਂ ਨੇ ਆਪਣੇ ਦਲ ਪੰਥ ਬਣਾ ਲਏ ਆ। ਲੇਕਿਨ ਉਹ ਸਾਡੇ ਹੱਕਾਂ ਦੇ ਲਈ ਅਗਰ ਨਹੀਂ ਬੋਲਦੇ ਫਿਰ ਸਾਡਾ ਵੀ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਸੋ ਮੈਂ ਪਿੰਡਾਂ ਦੇ ਗਰੀਬਾਂ ਨੂੰ, ਮਜ਼ਦੂਰਾਂ ਨੂੰ ਜਿਹੜੇ ਸੀਰੀ ਰਲਦੇ ਸੀ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵੀਰੋ, ਸੀਰੀ ਦਾ ਮਤਲਬ ਹੁੰਦਾ ਸੀ ਭਾਈਵਾਲ। ਵੀ ਤੁਸੀਂ ਜਦੋਂ ਇਹ ਖੇਤ ਨਹੀਂ ਹੁੰਦੇ ਸੀ, ਜਦੋਂ ਟੋਏ ਟਿੱਬੇ ਵੱਡੇ ਵੱਡੇ ਟਿੱਬੇ ਹੁੰਦੇ ਸੀ, ਬੰਜਰ ਜ਼ਮੀਨ ਹੁੰਦੀ ਸੀ, ਤੇ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦੇ ਕੇ ਇਹਨਾਂ ਨੂੰ ਜ਼ਮੀਨਾਂ ਦਵਾ ਦਿੱਤੀਆਂ। ਤੁਸੀਂ ਉਹਨਾਂ ਬੰਜਰ ਜ਼ਮੀਨਾਂ ਨੂੰ ਉਪਜਾਊ ਬਣਾਇਆ, ਮਿਹਨਤਾਂ ਕਰ ਕਰਕੇ ਅੱਜ ਤੁਹਾਡੇ ਨਾਲ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਵਿਤਕਰੇ ਹੋ ਰਹੇ ਆ, ਤੁਹਾਡਾ ਬਾਈਕਾਟ ਹੋ ਰਿਹਾ। ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀਆਂ ਨੇ ਕਿ ਤੁਸੀਂ ਪਿੰਡਾਂ ਦੇ ਵਿੱਚ ਪਿੰਡਾਂ ਨੂੰ ਛੱਡ ਦਿਓ। ਪਿੰਡਾਂ 'ਚ ਜੇ ਤੁਹਾਡੇ ਕੋਲ ਜ਼ਮੀਨਾਂ ਨਹੀਂ ਆ ਵੀਰੋ, ਸ਼ਹਿਰਾਂ 'ਚ ਆ ਜਾਓ। ਜੇ ਯੂਪੀ ਬਿਹਾਰ ਦੇ ਲੋਕ ਏਡੀ ਏਡੀ ਦੂਰੋਂ ਆ ਕੇ, ਗਰੀਬ ਲੋਕ ਇੱਥੇ ਆਣ ਕੇ ਸ਼ਹਿਰਾਂ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਚੱਲ ਜਾਓ, ਉੱਥੇ ਰੇਹੜੀਆਂ ਲਾ ਲਓ, ਫੜੀਆਂ ਲਾ ਲਓ, ਛੋਟੇ ਮੋਟੇ ਕੰਮ ਕਰ ਲਓ, ਤੁਹਾਨੂੰ 4 ਪੈਸੇ ਵੱਧ ਬਚਣਗੇ, ਤੁਹਾਡੇ ਬੱਚੇ ਵੀ ਪੜ੍ਹਨਗੇ। ਅੱਜ ਤੁਸੀਂ ਪਿੰਡਾਂ ਦੇ ਵਿੱਚ ਰਹਿ ਕੇ ਤੁਹਾਡਾ ਇੱਕੋ ਹੀ ਮਾਈ ਬਾਪ ਆ ਜੱਟ, ਉਹ ਤੁਹਾਡੇ ਨਾਲ ਵਿਤਕਰਾ ਕਰ ਰਿਹਾ, ਉਹ ਤੁਹਾਡਾ ਬਾਈਕਾਟ ਕਰ ਰਿਹਾ। ਉਹ ਤੁਹਾਨੂੰ ਅਗਰ ਕੋਈ ਰਾਸ਼ਨ ਪਾਣੀ ਦਿੰਦਾ ਤਾਂ ਉਹਦੇ ਬਦਲੇ ਉਹ ਆਪਣੀ ਰਾਜਨੀਤੀ ਚਮਕਾਉਂਦਾ। ਉਹ ਤੁਹਾਡੇ ਕੋਲੋਂ ਰਾਸ਼ਨ ਦੇ ਕੇ, ਰਸਦਾ ਦੇ ਕੇ ਵਾਅਦੇ ਕਰਵਾ ਲੈਂਦਾ ਕਿ ਤੁਸੀਂ ਵੋਟਾਂ ਐਤਕੀ ਸਾਨੂੰ ਪਾਉਣੀਆਂ। ਵੀਰੋ, ਜਦੋਂ ਤੱਕ ਤੁਸੀਂ ਆਪਣੀ ਬੁੱਧੀ ਦਾ ਇਸਤੇਮਾਲ ਨਹੀਂ ਕਰਦੇ, ਜਦੋਂ ਤੱਕ ਤੁਸੀਂ ਇਹਨਾਂ ਲੋਕਾਂ ਨੂੰ ਆਪਣੇ ਮਾਈ ਬਾਪ ਸਮਝ ਕੇ ਬੈਠੇ ਹੋ, ਤੁਹਾਡਾ ਨਾ ਵਿਕਾਸ ਹੋਣਾ, ਨਾ ਤੁਹਾਡੇ ਬੱਚਿਆਂ ਦਾ ਵਿਕਾਸ ਹੋਣਾ। ਤੁਹਾਡੀਆਂ ਧੀਆਂ ਦੇ ਬਲਾਤਕਾਰ ਹੋ ਜਾਣ ਪਿੰਡਾਂ ਦੇ ਵਿੱਚ, ਇਹ ਸਾਰੇ ਆ ਜਿਹੜੇ ਬਾਈਕਾਟ ਕਰਨ ਦੀ ਗੱਲ ਕਰ ਰਹੇ ਆ, ਇਹ ਸਾਰੇ ਚਲਾਕ ਲੋਕ, ਸਿੱਖੀ ਸਿਧਾਂਤਾਂ ਤੋਂ ਦੂਰ ਲੋਕ, ਇਹ ਰਲ ਕੇ ਤੁਹਾਡੇ ਧੀਆਂ ਪੁੱਤਾਂ ਦੇ, ਅਗਰ ਧੀਆਂ ਦੇ ਬਲਾਤਕਾਰ ਹੁੰਦੇ ਆ, ਇਹ ਰਲ ਕੇ ਤੁਹਾਡੇ ਨਾਲ, ਤੁਹਾਡੇ ਉੱਤੇ ਇਸੇ ਤਰ੍ਹਾਂ ਦਬਾਅ ਪਾਉਂਦੇ ਆ ਵੀ ਰਾਜੀਨਾਮਾ ਕਰ ਲਾ, ਜੇ ਗੱਲ ਤੂੰ ਪੁਲਿਸ ਤੱਕ ਲੈ ਕੇ ਜਾਵੇਂਗਾ ਤੇ ਤੇਰਾ ਬਾਈਕਾਟ ਕੀਤਾ ਜਾਊਗਾ ਇਸ ਤੁਹਾਡੀ ਪੂਰੀ ਬਰਾਦਰੀ ਦਾ। ਦੱਸੋ, ਇਹ ਸਿੱਖ ਹੋ ਸਕਦੇ ਆ? ਗੁਰੂ ਸਾਹਿਬ ਨੇ ਸਾਨੂੰ ਕਿਰਪਾਨ ਬਖਸ਼ਿਸ਼ ਕੀਤੀ ਆ ਗਊ ਗਰੀਬ ਦੀ ਰੱਖਿਆ ਵਾਸਤੇ। ਇੱਥੇ ਪਿੰਡਾਂ ਦੇ ਵਿੱਚ ਧੀਆਂ ਦੇ ਬਲਾਤਕਾਰ ਹੋ ਜਾਣ ਤੇ ਲੜਕੀ ਦੇ ਬਾਪ ਦੇ ਉੱਤੇ ਦਬਾਅ ਪਾਇਆ ਜਾਂਦਾ ਆ ਵੀ ਤੂੰ ਰਾਜੀਨਾਮਾ ਕਰ ਲੈ, ਨਹੀਂ ਤਾਂ ਤੁਹਾਡੀ ਪੂਰੀ ਬਰਾਦਰੀ ਦਾ ਪਿੰਡ ਦੇ ਵਿੱਚ ਬਾਈਕਾਟ ਹੋਏਗਾ। ਲੱਖ ਲਾਹਨਤ ਇਸ ਤਰ੍ਹਾਂ ਦੇ ਲੋਕਾਂ ਦਾ, ਜਿਹੜੇ ਗਰੀਬ ਲੋਕਾਂ ਦੀਆਂ ਧੀਆਂ ਦੇ ਬਲਾਤਕਾਰ ਹੋਣ ਦੇ ਉੱਤੇ ਉਹਨਾਂ ਦੇ ਉੱਤੇ ਰਾਜੀਨਾਮਾ ਕਰਨ ਦਾ ਦਬਾਅ ਪਾਉਂਦੇ ਆ। ਲੱਖ ਲਾਹਨਤ। ਇਹ ਲੋਕ ਕਦੀ ਗੁਰੂ ਦੇ ਸਿੱਖ ਨਹੀਂ ਹੋ ਸਕਦੇ। ਇਹ ਲੋਕ ਵਿਭਰਵਾਦੀ ਸੋਚ ਵਾਲੇ ਲੋਕ ਨੇ। ਇਹ ਸਿੱਖੀ ਛੱਡ ਦੇਣ। ਗੁਰਦੁਆਰੇ, ਗੁਰੂ ਘਰ ਗਰੀਬਾਂ ਵਾਸਤੇ ਨੇ। ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਗੁਰੂ ਘਰ ਗਰੀਬਾਂ ਵਾਸਤੇ ਨੇ। ਇਹ ਗੁਰੂ ਘਰਾਂ ਦੇ ਉੱਤੇ, ਗੋਲਕਾਂ ਦੇ ਉੱਤੇ ਕਾਬਜ ਹੋ ਕੇ ਚੌਧਰਾ ਕਰ ਰਹੇ ਆ, ਬਾਈਕਾਟ ਕਰ ਰਹੇ ਆ। ਸਿੱਖ ਲੰਗਰ ਲਾਉਂਦਾ ਆ, ਇਹ ਗਰੀਬਾਂ ਨੂੰ ਲੰਗਰ ਖਵਾ ਕੇ ਤੇ ਔਰ ਉਹਨਾਂ ਨੂੰ ਕਹਿ ਰਹੇ ਆ ਵੀ ਉਹਨਾਂ ਦੇ ਕੋਲੋਂ ਕੰਮ ਲਿੱਤੇ ਜਾਣ। ਗੁਰੂ ਦਾ ਲੰਗਰ ਆ, ਸੰਗਤਾਂ ਦੇ ਪੈਸੇ ਦੇ ਨਾਲ ਲੰਗਰ ਲੱਗਦਾ। ਸੋ ਪਲੀਜ਼, ਮੈਂ ਇਹ ਨਹੀਂ ਕਿ ਬੇਨਤੀਆਂ ਕਰਨਾ ਚਾਹੁੰਦਾ ਸੀ। ਇੱਕ ਦੇਖੋ, ਗੁਰੂ ਦਾ ਸਿੱਖ ਆ, ਮੈਂ ਬੇਨਤੀਆਂ ਕਰਨਾ ਚਾਹੁੰਦਾ ਆ ਜਿਹੜੇ ਅਸਲ ਗੁਰੂ ਦੇ ਸਿੱਖ ਨੇ, ਜਿਹੜੇ ਜਾਤ ਪਾਤ ਨੂੰ ਨਹੀਂ ਮੰਨਦੇ, ਉਹਨਾਂ ਦੇ ਚਰਨਾਂ 'ਚ ਬੇਨਤੀਆਂ। ਆਓ ਆਪਾਂ ਸਾਰੇ ਰਲ ਕੇ ਇਸ ਤਰ੍ਹਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਤੁਗਲਕੀ ਫਰਮਾਨ ਜਾਰੀ ਕਰ ਰਹੇ ਆ, ਸਿਰਾਂ ਦੇ ਉੱਤੇ ਪੱਗਾਂ ਬੰਨ੍ਹ ਕੇ ਸਿੱਖੀ ਸਿਧਾਂਤਾਂ ਦਾ ਘਾਣ ਕਰ ਰਹੇ ਆ, ਆਪਾਂ ਇਹਨਾਂ ਲੋਕਾਂ ਦੇ ਬਾਈਕਾਟ ਕਰੀਏ। ਇਸ ਤਰ੍ਹਾਂ ਦੀਆਂ ਪ੍ਰੈਕਟਿਸਾਂ ਵਿਭਰਵਾਦੀ ਪ੍ਰੈਕਟਿਸ ਕਰ ਰਹੇ ਆ, ਵੇਦਾਂ ਸ਼ਾਸਤਰਾਂ ਦੀਆਂ ਪ੍ਰੈਕਟਿਸਾਂ ਕਰ ਰਹੇ ਆ। ਸੋ ਸਾਨੂੰ ਸਾਰਿਆਂ ਨੂੰ ਰਲ ਕੇ, ਪੰਜਾਬ ਦੇ ਲੋਕਾਂ ਨੂੰ ਰਲ ਕੇ ਇਸ ਟਾਈਮ ਮਜ਼ਦੂਰਾਂ ਦਾ ਸਾਥ ਦੇਣਾ ਚਾਹੀਦਾ, ਗਰੀਬਾਂ ਦਾ ਸਾਥ ਦੇਣਾ ਚਾਹੀਦਾ। ਸਿੱਖੀ ਸਿਧਾਂਤ ਜਿਹੜੇ ਨੇ ਉਹ ਸਿਰਫ ਗਰੀਬਾਂ ਨੂੰ, ਗਰੀਬਾਂ ਦੇ ਫੰਡਾਮੈਂਟਲ ਰਾਈਟਸ ਵਾਸਤੇ ਨੇ, ਮਾਨਵਤਾ ਦੀ ਗੱਲ ਕਰਦੇ ਨੇ। ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ। ਇਸ ਤਰ੍ਹਾਂ ਦੇ ਲੋਕ ਜਿਹੜੇ ਪੰਜਾਬ 'ਚ ਕਿਤੇ ਵੀ ਸਿਰਾਂ ਦੇ ਉੱਤੇ ਪੱਗਾਂ ਬੰਨ੍ਹ ਕੇ ਔਰ ਮਜ਼ਦੂਰਾਂ ਦਾ, ਗਰੀਬਾਂ ਦਾ ਬਾਈਕਾਟ ਕਰਦੇ ਆ, ਰਹਿਣ ਦੇ ਉੱਤੇ ਫਤਿਹ ਗਜਾਉਂਦੇ ਆ, ਇੱਦਾਂ ਦੇ ਲੋਕਾਂ ਦਾ ਸਾਨੂੰ ਸਾਰਿਆਂ ਨੂੰ ਬਾਈਕਾਟ ਕਰਨਾ ਚਾਹੀਦਾ ਆ।
इदां दे लोकां नूं सानूं सारिआं नूं रल के लानतां पाउणीਆਂ ਚਾਹੀਦੀਆਂ। मैं उन्हां सारियां धार्मिक जथेबंदियां निहंग सिंह जथेबंदियां नूं मैं उन्हां दे चरनां 'च बेनतियां करूँगा कि आपां सारे रल के पिंडां दे विच गरीबां नाल हो रहे इस तरह के बाईकाट का रल के विरोध करिए और उस पिंड 'च जाइए जिहड़े पिंड दे विच इदां दे तुगलकी फरमान जारी कीते आ और उन्हां लोकां नूं असीं इट दा जवाब पत्थर दे नाल दईए। ते मैं उन्हां निहंग सिंह जथेबंदियां नूं सलूट करदा जिन्हां ने दल पंथां दे विच मजहबी ਸਿੰਘਾਂ दे नाल गरीब सिखां दे नाल बाटे नूं लैके जिहड़ा वितकरा हो रहा जिन्हां ने आवाज़ चुकी आ मैं उन्हां दे नाल आ उन्हां दा मोढे नाल मोढा ला के असीं साथ दिंदे रवांगे। मैं सारियां धार्मिक निहंग सिंह जथेबंदियां दे चरनां 'च बेनतियां करदा आपां नूं सारिआं नूं रल के उन्हां निहंग ਸਿੰਘਾਂ दा साथ देना चाहिदा उन्हां लोकां दा साथ देना चाहिदा आ जिहड़े जाति वितकरे दे खिलाफ आवाज़ चुक रहे आ उन्हां दे नाल जाति वितकरे हो रहे आ उन्हां दे पिंडां 'च गरीबां दे बाईकाट हो रहे आ सानूं उन्हां सारिआं दा रल के साथ देना चाहिदा। ਤੇ ਜਿਹੜੇ ਕੋਈ ਧਾਰਮਿਕ ਜਥੇਬੰਦੀ ਜਾਂ ਨਿਹੰਗ ਸਿੰਘ ਜਥੇਬੰਦੀ ਸਾਡਾ ਸਾਥ ਨਹੀਂ ਦਿੰਦੀ ਗਰੀਬਾਂ ਦਾ ਸਾਥ ਨਹੀਂ ਦਿੰਦੀ ਗਰੀਬਾਂ ਦੇ ਹੱਕ 'ਚ ਨਹੀਂ ਖੜਦੀ ਉਹ ਸਾਡਾ ਉਸ ਧਾਰਮਿਕ ਜਥੇਬੰਦੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਜਥੇਬੰਦੀਆਂ ਸਿਰਫ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਰੋਟੀਆਂ ਸੇਕਣ ਵਾਸਤੇ ਅਗਲਿਆਂ ਨੇ ਬਣਾਈਆਂ। ਸਾਨੂੰ ਇੱਦਾਂ ਦੀਆਂ ਧਾਰਮਿਕ ਜਥੇਬੰਦੀਆਂ ਦੀ ਪਹਿਚਾਣ ਕਰਨੀ ਪੈਣੀ ਹੈ ਕਿਉਂਕਿ ਕੋਈ ਵੀ ਧਾਰਮਿਕ ਜਥੇਬੰਦੀ ਜਿਹੜੀ ਹੈ ਉਹ अगर बनी है वो साहिब कमाल कलगीधर पिता जी की बख्शिश ना बनी है और उन्होंने अगर मान मिलिया जथेबंदी का धार्मिक जथेबंदी का तो उन्होंने गऊ गरीब की रक्षा वास्ते खुल के मैदान के उतरना चाहिए पर वो तां नहीं बोलते वो सोचते हैं भी शायद सानू भी जट्टां वालों मिलने वाली रस्तां बंद हो जाएगियां पट्ठे लत्ते बंद हो जाएंगे कणकां जिहड़ियां मिलदियां बंद हो जाएगियां। इस तरह दी जथेबंदियां की पहचान करो और इस तरह दी जथेबंदियां का बाईकाट करो ਜਿਹੜੀਆਂ ਗਰੀਬਾਂ ਦੇ ਨਾਲ ਪਿੰਡਾਂ 'ਚ ਹੋ ਰਹੇ ਵਿਤਕਰੇ ਦੇ ਖਿਲਾਫ ਡਟ ਕੇ ਮੈਦਾਨ 'ਚ ਨਾ ਉਤਰਨ ਇੱਦਾਂ ਦੀਆਂ ਧਾਰਮਿਕ ਜਥੇਬੰਦੀਆਂ ਦਾ ਬਾਈਕਾਟ ਕਰੋ। ਉਹ ਜਥੇਬੰਦੀਆਂ ਦਾ ਬਾਈਕਾਟ ਕਰੋ ਜਿਹੜੀਆਂ ਹੁਣ ਜਿਵੇਂ ਨਿਹੰਗ ਸਿੰਘਾਂ ਨੇ ਆਵਾਜ਼ ਚੁੱਕੀ ਔਰ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਸਾਡੇ ਮਾਨਯੋਗ ਜਥੇਦਾਰ ਸਾਹਿਬ ਜੀ ਨੂੰ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਮੰਗ ਪੱਤਰ ਦਿੱਤਾ ਕਿ ਸਾਡੇ ਨਾਲ ਦਲ ਪੰਥਾਂ 'ਚ ਵਿਤਕਰਾ ਹੋ ਰਿਹਾ ਉਹ ਵਿਤਕਰੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵਿਤਕਰਾ ਨਹੀਂ ਕੀਤਾ उन्होंने अपना परिवार मार दिता फिर ये लोग कौन होंगे वितकरा करने वाले इन्होंने सिक्खी च आण के गंद पा दिता इन्होंने आण के सिक्खी का घाण किया अज सिक्खी सिर्फ 2% रह गई है इदां दे गंदे लोगों की वजह करके जिहड़े लोग सिक्खी दे विच आके प्रैक्टिस बिबर वाली कर रहे हैं प्रैक्टिस वेदा शास्त्रां वाली कर रहे हैं। जिहड़े लोग वेदा शास्त्रां मनदे आ उन्हां नूं मुबारक असीं सत्कार करते हैं लेकिन सिक्खी दे विच बिबरवादी इन्हां शास्त्रां की कोई प्रैक्टिस नहीं चलन दी जाऊगी। असी खुल के बोलांगे खुल के जाति वितकरे के खिलाफ अगे आवांगे और सानू सारे मजहबी ਸਿੰਘਾਂ ਨੂੰ एक होके सारे मूल निवासियों ਨੂੰ एक होके जाति वितकरे के खिलाफ आवाज़ चुकनी पेगी और धार्मिक जथेबंदियां जिथे जाति वितकरा हो रहा उन्हां दे खिलाफ आवाज़ चुकन वाले निहंग ਸਿੰਘਾਂ का सानू साथ देना चाहिए है सारे मिल के और सानू एक होके अपनी हकों की लड़ाई लड़नी पैनी है। और पिंडां दे मजदूरां नूं बेनती है कि तुसीं मजदूरी पिंडां 'च भी करनी है इन्हां दे खेतां 'च जिन्हां दे तुहाडे बाईकाट हो रहे हैं पिंडां दे विच इन्हां दे जरूरी तुसीं खेतां 'च काम करना तुसीं शहरां दे विच आण के छोटियां मोटियां फड़ियां लाओ अपने निक्के मोटे काम धंधे करो तुसीं देखो वधिया पैसे कमाओगे वधिया तुहाडे स्कूलां 'च बच्चे भी पढ़नगे। डॉक्टर बाबा साहब भीमराव अंबेडकर जी ने संविधान दे विच तुहानूं अजे फंडामेंटल राइट्स लैके दिते आ वो संविधान जिहड़ा आ साडे हक्कां दी गल करदा लेकिन जिहड़ियां सरकारां मनुवादी सरकारां दे हत्थ 'च आ वो इहदी प्रैक्टिस जिहड़ी आ वो भारत दे संविधान नूं पूरी तरह लागू नहीं होण दे रही। सो बाबा साहब अंबेडकर उन्होंने भी 4 पुत्त अपने वारे आ गरीबां दे वास्ते साहिब कमाल कलगीधर पिता ने सानू एक करने वास्ते 4 पुत्त वारे आ। संत जरनैल सिंह खालसा जी भिंडरां वालियां ने बेगमपुरा खालसा राज वास्ते उन्होंने शहादत का जाम पीता। तुसीं दसो भी संत जरनैल सिंह खालसा जी भिंडरां वाले अगर अज भी हुंदे क्या ये पिंडां दे विच जिहड़े बाईकाट हुंदे आ वो इन्हां नूं बख्श दिंदे क्या इन्हां दा साथ दिंदे कदी भी नहीं। संत जरनैल सिंह खालसा जी भिंडरां वालियां ने सिक्खी सिद्धांतां दे लई बेगमपुरा खालसा राज वसाउण दे लई उन्होंने शहादत का जाम पीता लखां लोगों ने शहादतां दित्तियां और साडे ही सिखां दे गदार लीडर जिन्हां ने कदी भी
ਆਰਟੀਕਲ 25(2)B ਦੇ ਵਿੱਚ ਕੀ ਲਿਖਿਆ ਆ? ਕਿਤੇ ਵੀ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਨਹੀਂ ਲਿਖਿਆ। ਉਹ ਗੱਲ ਕਦੀ ਖੁੱਲ੍ਹ ਕੇ ਨਹੀਂ ਇਹਨਾਂ ਨੇ ਗੱਲ ਬੋਲੀ, ਕਿਉਂਕਿ ਇਹ ਗਦਾਰ ਲੋਕ ਨੇ। ਮੰਡਲ ਕਮਿਸ਼ਨ ਕੀ ਚੀਜ਼ ਆ? ਭਾਰਤ ਦੇ 52% ਜਿਹੜੇ ਅਦਰ ਬੈਕਵਰਡ ਕਲਾਸ ਲੋਕ ਨੇ ਉਹਨਾਂ ਵਾਸਤੇ ਜਿਹੜੀ ਰਿਜ਼ਰਵੇਸ਼ਨ ਲਿਆਂਦੀ ਆ, ਇਹਨਾਂ ਲੋਕਾਂ ਨੇ, ਗਦਾਰ ਲੀਡਰਾਂ ਨੇ ਆਪਣੇ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ, ਜਿਹਦੀ ਵਜ੍ਹਾ ਕਰਕੇ ਸਪਰੇਆਂ ਪੀ ਕੇ ਤੇ ਫਾਹੇ ਲੈ ਕੇ ਗਰੀਬ ਕਿਸਾਨਾਂ ਨੂੰ ਮਰਨਾ ਪਿਆ। ਲੇਕਿਨ ਮੈਂ ਉਹਨਾਂ ਗਰੀਬ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਹਾਡੀ ਹੈਸੀਅਤ ਨਹੀਂ ਹੈ ਮਜ਼ਦੂਰ ਰੱਖਣ ਦੀ, ਤਾਂ ਤੁਸੀਂ ਮਜ਼ਦੂਰਾਂ ਦੇ ਕੋਲੋਂ ਜ਼ਰੂਰੀ ਤੁਸੀਂ ਝੋਨਾ ਲਵਾਉਣਾ, ਆਪਣੇ ਬੱਚਿਆਂ ਤੋਂ ਲਵਾਓ, ਆਪਣੀਆਂ ਘਰ ਦੀਆਂ ਨੂੰ ਲੈ ਕੇ ਜਾਓ ਖੇਤਾਂ 'ਚ, ਤਾਂ ਕਿ ਉਹਨਾਂ ਦਾ ਥੋੜ੍ਹਾ ਜਿਹਾ ਉਹਨਾਂ ਦੀ ਕਸਰਤ ਵੀ ਹੋਵੇ। ਖੁਦ ਲਾਓ ਝੋਨਾ, ਠੀਕ ਹੈ ਨਾ? ਤਾਂ ਮਜ਼ਦੂਰਾਂ ਨੂੰ ਵੀ ਬੇਨਤੀ ਹੈ ਵੀ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ ਇਹਨਾਂ ਦੇ ਤੁਗਲਕੀ ਫਰਮਾਨਾਂ ਦੇ ਉੱਤੇ ਝੋਨਾ ਲਾਉਣ ਦੀ। ਫਿਰ ਇਹ ਕਹਿੰਦੇ ਆ ਵੀ ਜੇ ਕੋਈ ਮਜ਼ਦੂਰ ਕਿਸੇ ਦੂਸਰੇ ਪਿੰਡ ਦੇ ਵਿੱਚ ਜਾ ਕੇ ਝੋਨਾ ਲਾਊਗਾ ਤਾਂ ਉਹਨੂੰ ਸਰਕਾਰੀ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ। ਵੇਖਦੇ ਕਿਹੜਾ ਸਰਕਾਰੀ ਸਹੂਲਤਾਂ ਬੰਦ ਕਰਾਉਂਦਾ। ਜਿਨ੍ਹਾਂ ਨਾਲ ਵੀ ਕੋਈ ਮਜ਼ਦੂਰਾਂ ਦੇ ਨਾਲ, ਗਰੀਬਾਂ ਦੇ ਨਾਲ ਕਿਤੇ ਵਿਤਕਰਾ ਹੁੰਦਾ, ਸਾਨੂੰ ਦੱਸੋ। ਮੇਰਾ ਫੋਨ ਨੰਬਰ ਹੈ 9874401980। ਅਸੀਂ ਤੁਹਾਡਾ ਸਾਥ ਦੇਵਾਂਗੇ। ਔਰ ਜਾਗਦੀਆਂ ਜ਼ਮੀਰਾਂ ਵਾਲੇ ਪੰਜਾਬ ਦੇ ਲੋਕ ਜਿਹੜੇ ਇਸ ਟਾਈਮ ਮੈਨੂੰ ਦੇਖ ਰਹੇ ਆ, ਜਾਗਦੀਆਂ ਜ਼ਮੀਰਾਂ ਵਾਲੇ 210 ਲੋਕ, ਇਹ ਸਾਥ ਦੇਣਗੇ। ਤੁਹਾਡਾ ਪਿੰਡਾਂ ਦੇ ਵਿੱਚ ਕਿਤੇ ਬਾਈਕਾਟ ਨਹੀਂ ਹੋਣ ਦੇਵਾਂਗੇ। ਅਸੀਂ ਜਿਹੜੇ ਬਾਈਕਾਟ ਕਰਦੇ ਅਸੀਂ ਉਹਨਾਂ ਦਾ ਬਾਈਕਾਟ ਕਰਾਂਗੇ। ਸੋ ਸਾਨੂੰ ਇੱਕ ਹੋਣ ਦੀ ਜ਼ਰੂਰਤ ਹੈ, ਇੱਕ ਹੋ ਕੇ ਆਪਣੇ ਅਧਿਕਾਰਾਂ ਦੇ ਲਈ, ਹੱਕਾਂ ਦੇ ਲਈ ਲੜੀਏ। ਸੋ ਮੈਂ ਬੇਨਤੀ ਕਰਨਾ ਚਾਹੁੰਦਾ कि गुरु साहब ने क्या, कोई किसी को राज ना दे है, जो ले है निज बल से ले है। निज बल का मतलब ये नहीं है कि असं हथियार चुकने, निज बल का ये है मतलब ये है भी तुम एका करो, भारत के मूल निवासियों एका करो। असल गुरु के असल सिखो ਜਿਹੜੇ जात पात ਨੂੰ नहीं मानते वो एका करन, इन्होंने लोगों का बाईकाट करन। ਜਿਹੜੇ अखबारों के अपने ਧੀਆਂ ਪੁੱਤਾਂ ਦੇ रिश्ते करने वास्ते ऐड लाते हैं, अमृतधारी जट सिख लड़के वास्ते रिश्ता चाहिए। दसो शर्म होनी चाहिए इदां दे लोगों को। अपने धीआं पुत्तां दे रिश्ते कर प्रचार खांदे गुरु का प्रचार सिक्खी का करते हैं, डॉलर कमाते हैं, रोटियां सेकते हैं सिक्खी के सिर तो। लेकिन जो धीआं पुत्तां दे विआह करने आ, अमृतधारी जट सिख लड़का ਜਿਹੜਾ अमृतधारी हो गया वो कितना जट रह गया जी? जट बिपर की दी हुई जात है, तुसीं इहनूं एक्सैप्ट करके बिपर की गुलामी नूं स्वीकार कर लिया। सिंह कौर खालसे दे फलसफे नूं नहीं तुसीं स्वीकार किया, बिपर की जात नूं झट स्वीकार करके तो खुश होंदे हो। रिश्ते कर लगे अखबार चुक के देख लो, जो मैं झूठ बोलदा, अगर मैं झूठ बोलदा मेरा सिर ला दिता जाए। अखबार चुक के देखो, पंजाब केसरी, जगबाणी, कोई भी अखबार चुक के देखो, जिथे धीआं पुत्तां दे रिश्ते किए जाते हैं उहदे विच लिखिया हुंदा जट सिख परिवार क्लीन शेव मुंडे वास्ते रिश्ता चाहिए। दसो बिपर की जात भी नाल ला रहे आ, जट सिख क्लीन शेव मुंडे वास्ते रिश्ता चाहिए। लानतां ने इदां दे लोकां नूं। अमृतधारी जट सिख लड़की वास्ते लड़का चाहिए, अमृतधारी जट सिख लड़के वास्ते रिश्ता चाहिए। लानता इदां दे लोकां नूं जिहड़े गुरु साहब दे सिख सिद्धांतां नूं नहीं अपना सके, सिंह कौर खालसे नूं और सिक्खी सिद्धांतां नूं समझ नहीं सके, गुरबाणी नूं नहीं समझ सके। उन्हां लोकां नूं मैं की कहां, क्योंकि मैं बाणा पाया, क्योंकि कुछ लोग ढाडी रागी प्रचारक होके गंदियां गालां भी कढ रहे हैं। लेकिन मैं गुरु का बाणा पा के मैं अपने मुँह के विचों अज तक कभी गलत शब्द नहीं बोले, ना कभी गाल मंदा किया, क्योंकि वो लोग सिख नहीं हो सकते जिहड़े बाणा पा के भी गालां कढदे आ और गलत शब्दावलियां वरतते आ, वो कभी गुरु के सिख नहीं हो सकते। गुरु का सिख अपने मुँह के विचों नाप तोल के शब्द कढदा। सो गुरु प्यारिओ, उन्हां लोगों की पहचान करिए जिहड़े सिक्खी सिद्धांतों तो कोहां दूर ने और देखते सिखां वर्गे ने और पिंडां दे विच गरीबां दा, मजदूरां दा बायकाट करते हैं, तुगलकी फरमान जारी करते हैं और इनाम रखते हैं भी 50,000 रुपया जुर्माना किया जाऊगा जिहड़ा इस तुगलकी फरमान नूं नहीं मनेगा। सो जिहड़े साडे असल गुरु सिक्खी नूं प्यार करने वाले किसान भरा आ, उन्हां दे चरनां 'च बेनतियां आ
ਵੀ ਇਦਾਂ ਦੇ ਗੰਦੇ ਲੋਕਾਂ ਦਾ, ਗਲਤ ਲੋਕਾਂ ਦਾ ਸਾਥ ਦੇ ਕੇ ਤੁਸੀਂ ਕਿਉਂ ਗੁਰੂ ਦੇ ਨਿੰਦਕ ਬਣਦੇ ਹੋ? ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਕਿਉਂ ਤੁਸੀਂ ਗਲਤ ਬਣਦੇ ਹੋ? ਤੁਸੀਂ ਸਿੱਖੀ ਸਿਧਾਂਤਾਂ ਦੀ ਗੱਲ ਕਰੋ, ਸਿੱਖਾਂ ਦੀ ਗੱਲ ਕਰੀਏ, ਔਰ ਇਹਨਾਂ ਜਾਤਾਂ, ਉੱਚੀਆਂ ਜਾਤਾਂ ਸਮਝਣ ਵਾਲੇ ਭਾਰਤ ਦੇ ਇਹਨਾਂ ਸ਼ੂਦਰਾਂ ਦਾ ਆਪਾਂ ਬਾਈਕਾਟ ਕਰੀਏ, ਔਰ ਇਹਨਾਂ ਦੇ ਮੂੰਹ ਦੇ ਉੱਤੇ ਇਹਨਾਂ ਨੂੰ ਕਹੀਏ ਕਿ ਤੁਸੀਂ ਸਿੱਖ ਨਹੀਂ ਹੋ ਸਕਦੇ, ਜਿਹੜੇ ਗੁਰੂ ਸਾਹਿਬ ਜੀ ਦੀ ਸਿੱਖੀ ਤੋਂ ਦੂਰ ਜਾ ਕੇ, ਸਿੱਖੀ ਸਿਧਾਂਤਾਂ ਤੋਂ ਦੂਰ ਜਾ ਕੇ ਗਰੀਬਾਂ ਦਾ ਬਾਈਕਾਟ ਕਰਨ ਦੀ ਗੱਲ ਕਰਦੇ ਆ। ਸੋ ਮੈਂ ਗਰੀਬ ਮਜ਼ਦੂਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਮਜਬੂਰ ਹੋ ਕੇ ਇਹਨਾਂ ਦੇ ਕੰਮ ਨਾ ਕਰੋ। ਇਹ ਤੁਹਾਨੂੰ ਪਹਿਲਾਂ ਨਸ਼ੇ ਪੱਤਿਆਂ ਦੇ ਉੱਤੇ ਲਾਉਂਦੇ ਆ, ਤੁਹਾਨੂੰ ਚਾਹਾਂ ਦੇ ਵਿੱਚ ਭੁੱਖੀ ਘੋਲ ਕੇ ਪਿਆ ਦਿੰਦੇ ਆ। ਜਦੋਂ ਤੁਹਾਡਾ ਸਰੀਰ ਨਸ਼ਿਆਂ ਤੇ ਲੱਗ ਜਾਂਦਾ, ਇਹ ਫਿਰ ਤੁਹਾਨੂੰ ਮਜਬੂਰ ਕਰਕੇ ਨਸ਼ੇ ਦਾ ਲਾਲਚ ਦੇ ਕੇ ਕੰਮ ਕਰਾਉਂਦੇ ਆ, ਔਰ ਤੁਹਾਡੀਆਂ ਧੀਆਂ ਭੈਣਾਂ ਦੇ ਉੱਤੇ ਵੀ ਗੰਦੀਆਂ ਨਿਗਾਹ ਰੱਖਦੇ ਆ। ਮੇਰੀ ਜਿੰਨੇ ਵੀ ਮਜ਼ਦੂਰ ਭਰਾ ਨੇ, ਗਰੀਬ ਭਰਾ ਨੇ ਪਿੰਡਾਂ ਦੇ ਵਿੱਚ, ਅਗਰ ਉਹ ਮੇਰੀ ਵੀਡੀਓ ਨੂੰ, ਇਸ ਨੂੰ ਦੇਖਣ, ਤੇ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹੂੰਗਾ ਵੀ ਇਹਨਾਂ ਲੋਕਾਂ ਦੇ ਤੁਸੀਂ ਕੰਮ ਕਰਨ ਦੀ ਬਜਾਏ, ਗੁਲਾਮ ਬਣ ਕੇ ਕੰਮ ਕਰਨ ਦੀ ਬਜਾਏ, ਤੁਸੀਂ ਰਹੀ ਚਲੋ ਪਿੰਡਾਂ 'ਚ, ਲੇਕਿਨ ਕੰਮ ਆਣ ਕੇ ਸ਼ਹਿਰਾਂ 'ਚ ਕਰੋ। ਸਾਡੇ ਨਾਲ ਸੰਪਰਕ ਕਰੋ। ਮੈਂ ਫੋਨ ਨੰਬਰ ਬੋਲ ਦਿੱਤਾ ਆਪਣਾ ਇਸ ਵੀਡੀਓ ਦੇ ਵਿੱਚ। ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ। ਰੇੜੀਆਂ ਫੜੀਆਂ ਲਾ ਲਓ, ਇੱਥੇ ਆਣ ਕੇ ਸਬਜ਼ੀਆਂ ਵੇਚ ਲਓ, ਛੋਟੇ ਮੋਟੇ ਕੰਮ ਕਰ ਲਓ। ਜੋ ਯੂਪੀ ਬਿਹਾਰ ਦੇ ਲੋਕ ਆਣ ਕੇ ਇੱਥੇ ਕੰਮ ਕਰਕੇ ਜਿਨ੍ਹਾਂ ਨੇ ਲੱਖਾਂ ਰੁਪਈਆ ਕਮਾਇਆ, ਤੁਸੀਂ ਵੀ ਆਣ ਕੇ ਇੱਥੇ ਸ਼ਹਿਰਾਂ ਦੇ ਵਿੱਚ ਕੰਮ ਕਰੋ। ਕਿਸੇ ਵੀ ਸ਼ਹਿਰ 'ਚ ਚਲ ਜਾਓ, ਪੰਜਾਬ ਦੇ ਕਿਸੇ ਵੀ ਸ਼ਹਿਰ 'ਚ ਆਣ ਕੇ ਕੰਮ ਕਰ ਲਓ, ਛੋਟੇ ਮੋਟੇ ਕੰਮ ਕਰ ਲਓ, ਰੇੜੀਆਂ ਫੜੀਆਂ ਲਾ ਲਓ। ਵੇਖਿਓ ਤੁਹਾਡੇ ਤੇ ਕਿੱਦਾਂ ਚੜ੍ਹਦੀ ਕਲਾ ਹੋ ਜਾਂਦੀ। ਪਿੰਡਾਂ ਨੂੰ ਛੱਡ ਦਿਓ, ਜੇ ਤੁਹਾਡੀ ਪਿੰਡਾਂ 'ਚ ਜ਼ਮੀਨ ਹੈ ਨਹੀਂ ਕਿ ਫਿਰ ਪਿੰਡ ਛੱਡ ਦਿਓ। ਤੇ ਇਹ ਲੋਕ ਜਿਹੜੇ ਤੁਗਲਕੀ ਫਰਮਾਨ ਜਾਰੀ ਕਰਦੇ ਆ ਗਰੀਬਾਂ ਵਾਸਤੇ, ਜਦੋਂ ਇਹ ਧਰਨੇ ਲਾਉਣ ਸੜਕਾਂ ਦੇ ਉੱਤੇ ਵੀ ਕਿਸਾਨਾਂ ਦੇ ਹੱਕ ਨਹੀਂ ਮਿਲਦੇ, ਫਸਲਾਂ ਦਾ ਰੇਟ ਨਹੀਂ ਮਿਲਦਾ, ਇਹਨਾਂ ਦਾ ਕਦੀ ਸਾਥ ਨਾ ਦੇਵੋ, ਇਹਨਾਂ ਦਾ ਕਦੀ ਸਾਥ ਨਾ ਦੇਵੋ। ਹੋ ਸਕਦਾ ਵੀ ਤੁਹਾਨੂੰ 2 ਮਿੰਟ ਦੇ ਲਈ ਕੁਝ ਲੋਕਾਂ ਨੂੰ ਲੱਗੇ ਵੀ ਇਹ ਕਿੱਦਾਂ ਦੀਆਂ ਗੱਲਾਂ ਕਰ ਰਿਹਾ। ਗੁਰੂ ਮੇਰੀ ਸਾਧ ਸੰਗਤ ਜੀ, ਜਦੋਂ ਮਜ਼ਦੂਰਾਂ ਦੇ ਨਾਲ ਇਹ ਬਾਈਕਾਟ ਕਰਾ ਰਹੇ ਆ, ਫਿਰ ਜਦੋਂ ਇਹਨਾਂ ਦੀ ਫਸਲਾਂ ਦੇ ਰੇਟ ਨਹੀਂ ਮਿਲਦੇ, ਇਹ ਧਰਨੇ ਲਾਉਂਦੇ ਆ, ਫਿਰ ਇਹ ਸਾਥ ਤੇ ਮਜ਼ਦੂਰਾਂ ਦਾ ਲੈਂਦੇ ਆ, ਮਜ਼ਦੂਰ ਜਥੇਬੰਦੀਆਂ ਦਾ ਸਾਥ ਲੈਂਦੇ ਆ। ਅੱਜ ਮਜ਼ਦੂਰ ਜਥੇਬੰਦੀਆਂ ਕਿਉਂ ਨਹੀਂ ਉਹਨਾਂ ਗਰੀਬਾਂ ਦੇ ਪਿੰਡਾਂ ਦੇ ਗਰੀਬਾਂ ਦੇ ਹੱਕਾਂ ਦੇ ਵਿੱਚ ਆਣ ਕੇ ਖੜਦੀਆਂ? ਕਿਉਂ ਨਹੀਂ ਸਾਡੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਗਰੀਬਾਂ ਦੇ ਹੱਕਾਂ 'ਚ ਖੜਦੀਆਂ ਜਿਨ੍ਹਾਂ ਦੇ ਨਾਲ ਪਿੰਡਾਂ ਦੇ ਵਿੱਚ ਵਿਤਕਰੇ ਹੋ ਰਹੇ ਆ ਤੇ ਇਸ ਤਰ੍ਹਾਂ ਦੇ ਤੁਗਲਕੀ ਫਰਮਾਨ ਉਹਨਾਂ ਨੂੰ ਜਾਰੀ ਕੀਤੇ ਜਾ ਰਹੇ ਆ? ਸੋ ਮੇਰੀ ਬੇਨਤੀ ਆ, ਮਜ਼੍ਹਬੀ ਸਿੰਘਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਕਿ ਵੀਰੋ, ਜਿਨ੍ਹਾਂ ਨਿਹੰਗ ਸਿੰਘਾਂ ਨੇ, ਧਾਰਮਿਕ ਜਥੇਬੰਦੀਆਂ 'ਚ ਹੋ ਰਹੇ ਮਜ਼੍ਹਬੀ ਸਿੰਘਾਂ ਦੇ ਨਾਲ ਜਾਤੀ ਵਿਤਕਰੇ ਦੇ ਖਿਲਾਫ ਆਵਾਜ਼ ਚੁੱਕੀ ਆ, ਉਹ ਅਸਲ ਗੁਰੂ ਦੇ ਸਿੱਖ ਨੇ, ਉਹਨਾਂ ਦਾ ਸਾਥ ਦੇਵੋ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ, ਕਿਉਂਕਿ ਉਹਨਾਂ ਨੇ ਜਿਗਰਾ ਕੀਤਾ, ਹਿੰਮਤ ਕੀਤੀ ਹੈ ਤੇ ਆਵਾਜ਼ ਚੁੱਕੀ ਆ। ਸਾਡਾ ਸੰਬੰਧ ਉਹਨਾਂ ਦੇ ਨਾਲ ਆ। ਤੇ ਜਿਹੜੇ ਇਸ ਤਰ੍ਹਾਂ ਦੇ ਤੁਗਲਕੀ ਜੋ ਵੀ ਵਿਤਕਰੇ ਹੋ ਰਹੇ ਆ, ਜਾਤੀ ਵਿਤਕਰੇ, ਉਹਨਾਂ ਦੇ ਖਿਲਾਫ ਖੁੱਲ੍ਹ ਕੇ ਨਹੀਂ ਬੋਲਦੇ, ਉਹਨਾਂ ਦਾ ਬਾਈਕਾਟ ਕਰੋ। ਸਾਡਾ ਉਹਨਾਂ ਧਾਰਮਿਕ ਜਥੇਬੰਦੀਆਂ ਦਾ ਕੋਈ ਲੈਣਾ ਦੇਣਾ ਨਹੀਂ ਜਿਹੜੀ ਗਰੀਬਾਂ ਦੇ ਹੱਕ 'ਚ ਆਣ ਕੇ ਖੜਨ, ਤੇ ਜਿਹੜੀਆਂ ਜਾਤੀ ਵਿਤਕਰੇ ਦੇ ਖਿਲਾਫ ਆ ਕੇ ਨਾ ਬੋਲਣ, ਸਾਡਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਡਾਕਟਰ ਗੁਰਿੰਦਰ ਸਿੰਘ ਦਾਸ, ਡਾਕਟਰ ਗੁਰਿੰਦਰ ਸਿੰਘ ਖਾਲਸਾ ਦਾ ਉਹਨਾਂ ਧਾਰਮਿਕ ਜਥੇਬੰਦੀਆਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਜਿਹੜੀਆਂ ਗਰੀਬਾਂ ਦੇ ਹੱਕ 'ਚ ਆਣ ਕੇ ਨਹੀਂ ਖੜਦੀਆਂ, ਜਿਹੜੀਆਂ ਉਹਨਾਂ ਨਿਹੰਗ ਸਿੰਘਾਂ ਦਾ ਸਾਥ ਨਹੀਂ ਦੇ ਰਹੀਆਂ ਖੁੱਲ੍ਹ ਕੇ, ਜਿਨ੍ਹਾਂ ਦੇ ਨਾਲ ਦਲ ਪੰਥਾਂ 'ਚ ਜਾਤੀ ਵਿਤਕਰੇ ਹੋ ਰਹੇ ਆ। ਅਗਰ ਉਹਨਾਂ ਨਿਹੰਗ ਸਿੰਘਾਂ ਨੇ ਆਵਾਜ਼ ਚੁੱਕੀ ਆ, ਉਹ ਬਿਲਕੁਲ ਬਾਗੀ ਨਹੀਂ ਹੈਗੇ, ਉਹਨਾਂ ਨੇ ਆਵਾਜ਼ ਚੁੱਕੀ ਆ, ਉਹਨਾਂ ਦਾ ਸਾਥ ਦਿਓ। ਮਜ਼੍ਹਬੀ ਸਿੰਘੋ ਸਾਰੇ ਰਲ ਜਾਓ, ਰਲ ਕੇ ਉਹਨਾਂ ਨਿਹੰਗ ਸਿੰਘ ਅਤੇ ਜਥੇਬੰਦੀਆਂ ਦਾ ਸਾਥ ਦੇਵੋ ਜਿਨ੍ਹਾਂ ਦੇ ਨਾਲ ਜਾਤੀ ਵਿਤਕਰੇ ਹੋ ਰਹੇ ਆ, ਜਿਨ੍ਹਾਂ ਨੇ ਆਵਾਜ਼ ਚੁੱਕੀ ਆ। ਆਪਣੇ ਖਿਲਾਫ ਹੋ ਰਹੇ ਜਾਤੀ ਵਿਤਕਰੇ ਦੇ ਖਿਲਾਫ ਆਵਾਜ਼ ਚੁੱਕਣਾ ਇਹ ਕੋਈ ਬਾਗੀਪੁਣਾ ਨਹੀਂ ਹੈ। ਹੱਕ ਸੱਚ ਦੀ ਗੱਲ ਕਰ ਰਹੇ ਹੋ ਲੋਕ, ਉਹਨਾਂ ਦਾ ਸਾਥ ਦੇਵੋ। ਦਾਸ ਉਹਨਾਂ ਦੇ ਨਾਲ ਆ ਜੀ, ਉਹਨਾਂ ਦੇ ਨਾਲ ਖੜੇਗਾ, ਗਰੀਬ ਮਜ਼ਦੂਰਾਂ ਦੇ ਨਾਲ ਆ ਜੀ। ਅਗਰ ਮੈਂ ਕਿਤੇ ਗਲਤ ਹੋਵਾਂ, ਮੇਰਾ ਸਿਰ ਲਾ ਦਿੱਤਾ ਜਾਵੇ, ਲੇਕਿਨ ਅਸੀਂ ਆਪਣੇ ਹੱਕਾਂ ਦੇ ਲਈ ਲੜਦੇ ਰਵਾਂਗੇ। ਤੇ ਜਿਹੜੀ ਜਥੇਬੰਦੀ ਸਾਡਾ ਸਾਥ ਦੇਊਗੀ ਉਹ ਸਾਡੀ ਆ, ਜਿਹੜੀ ਖੁੱਲ੍ਹ ਕੇ ਨਹੀਂ ਬੋਲੂਗੀ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਆ। ਪਹਿਚਾਣ ਕਰ ਲਓ। ਸ਼ਹਿਰਾਂ 'ਚ ਆਓ, ਰੇੜੀਆਂ ਫੜੀਆਂ ਲਾਓ, ਅਸੀਂ ਤੁਹਾਡੀ ਮਦਦ ਕਰਾਂਗੇ, ਤੁਹਾਨੂੰ ਕੰਮ ਲੈ ਕੇ ਦੇਵਾਂਗੇ। ਰੇੜੀਆਂ ਫੜੀਆਂ ਲਾਓ, ਤੁਹਾਡੀ ਹਰ ਪਾਸੇ ਮਦਦ ਕਰਾਂਗੇ, ਤੁਸੀਂ ਮੌਜ ਕਰੋਗੇ। ਅਗਰ ਕੋਈ ਸ਼ਬਦ ਮੇਰੇ ਮੂੰਹ 'ਚੋਂ ਫਾਲਤੂ ਨਿਕਲ ਗਿਆ ਹੋਵੇ ਤੇ ਦੱਸ ਕੇ ਪਤਾ ਜਾ ਸਕੇ, ਉਹ ਸਿੱਖ ਨਹੀਂ ਹੋ ਸਕਦੇ ਜਿਹੜੇ ਸਿੱਖੀ ਦੇ ਵਿੱਚ ਆਣ ਕੇ ਗੰਦ ਪਾ ਰਹੇ ਆ, ਬਾਟੇ ਵੱਖਰੇ ਕਰ ਰਹੇ ਆ, ਉਹ ਸਿੱਖ ਨਹੀਂ ਹੋ ਸਕਦੇ।
ਉਹਨਾਂ ਨੂੰ ਮੈਂ ਇਹੀ ਬੇਨਤੀ ਕਰਾਂਗਾ ਕਿ ਜੇ ਤੁਸੀਂ ਹਿੰਦੂਆਂ ਵਾਲੀ ਪ੍ਰੈਕਟਿਸ ਕਰਨੀ ਆ, ਵੇਦਾਂ ਸ਼ਾਸਤਰਾਂ ਦੀ ਪ੍ਰੈਕਟਿਸ ਕਰਨੀ ਆ, ਤੁਸੀਂ ਉਹਨਾਂ ਨਾਲ ਜੀ ਸਦਕੇ ਜਾ ਕੇ ਰਲ ਜਾਓ, ਲੇਕਿਨ ਸਿੱਖੀ ਦਾ ਅਕਸ ਖਰਾਬ ਨਾ ਕਰੋ। ਸਿੱਖੀ ਜਿਸ ਲਈ ਗੁਰੂ ਸਾਹਿਬਾਨਾਂ ਨੇ ਲਿਆਂਦੀ ਸੀ, ਉਹ ਸਿੱਖੀ ਮਰਿਆਦਾਵਾਂ ਖਤਮ ਨਾ ਕਰੋ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ। संत जरनैल सिंह जी खालसा अमर रहे, डॉक्टर बाबा साहब भीमराव अंबेडकर अमर रहे, डॉक्टर बाबा साहब भीमराव अंबेडकर जिंदाबाद। ते 2022 ਦੇ ਵਿੱਚ ਉਹ ਪਾਰਟੀਆਂ ਨੂੰ ਵੋਟ ਪਾਇਓ ਜਿਨ੍ਹਾਂ ਦਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਹੋਵੇ। ਉਹਨਾਂ ਦਾ ਸਾਥ ਨਾ ਦਿਓ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ, ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜੇ ਸੀ। ਉਹਨਾਂ ਪਾਰਟੀਆਂ ਦਾ ਬਾਈਕਾਟ ਕਰੋ। ਤੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਅਟੈਕ ਤੇ ਕਰਨ ਤੋਂ ਬਾਅਦ ਲੱਡੂ ਵੰਡੇ ਸੀ, ਉਹ ਆਰਐਸਐਸ ਦੀ ਬੀਜੇਪੀ ਪਾਰਟੀ ਦਾ ਬਾਈਕਾਟ ਕਰੋ। ਤੇ ਇਹਨਾਂ ਸਿਰਾਂ ਦੇ ਉੱਤੇ ਨੀਲੀਆਂ ਪੱਗਾਂ ਬੰਨ੍ਹ ਕੇ ਜਿਹੜੇ ਪੰਥ ਦੇ ਨਾਂ ਦੇ ਉੱਤੇ ਲੋਕਾਂ ਤੋਂ ਵੋਟਾਂ ਲੈ ਕੇ ਸਿੱਖਾਂ ਨੂੰ ਮੂਰਖ ਬਣਾਉਂਦੇ ਰਹੇ ਆ, ਤੇ 25 ਆਰਟੀਕਲ 25(2)(b) ਦੇ ਬਾਰੇ ਕਦੀ ਖੁਲਾਸਾ ਨਹੀਂ ਕੀਤਾ, ਔਰ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਕਦੀ ਗੱਲ ਨਹੀਂ ਕੀਤੀ। ਉਹਨਾਂ ਨੂੰ ਉਹਨਾਂ ਦੀ ਰਿਜ਼ਰਵੇਸ਼ਨ ਬਾਰੇ ਨਹੀਂ ਦੱਸਿਆ ਵੀ 52% ਅਦਰ ਬੈਕਵਰਡ ਲੋਕਾਂ ਦੀ 17% ਰਿਜ਼ਰਵੇਸ਼ਨ ਆ। ਤੁਹਾਨੂੰ ਫਾਇਲ ਲੈਣ ਦੀ ਲੋੜ ਨਹੀਂ, ਸਪਰੇਅ ਪੀਣ ਦੀ ਲੋੜ ਨਹੀਂ। ਜੇ ਤੁਹਾਨੂੰ ਉਧਰ ਨਹੀਂ ਕੁਝ ਬਚਦਾ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਨੌਕਰੀਆਂ ਲਵਾਓ। ਇਹਨਾਂ ਲੀਡਰਾਂ ਦਾ ਬਾਈਕਾਟ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਰਲ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ। ਸ਼ੇਅਰ ਕਰ ਦਿਓ ਅਗਰ ਤੁਹਾਨੂੰ ਇਹਨਾਂ ਗੱਲਾਂ 'ਚ ਦਮ ਲੱਗਿਆ ਹੋਵੇ। ਉਹਨਾਂ ਲੋਕਾਂ ਨੂੰ ਪਹਿਚਾਣੋ ਜਿਹੜੇ ਗਰੀਬਾਂ ਦੇ ਹੱਕਾਂ ਦੇ ਲਈ ਪਿੰਡਾਂ ਦੇ ਵਿੱਚ ਹੋ ਰਹੇ ਜਾਤੀ ਵਿਤਕਰੇ ਔਰ ਤੁਗਲਕੀ ਫਰਮਾਨ ਜਿਹੜੇ ਜਾਰੀ ਹੋ ਰਹੇ ਨੇ, ਕਿਸਾਨਾਂ ਵੱਲੋਂ ਜਾਰੀ ਕੀਤੇ ਜਾ ਰਹੇ ਨੇ, ਗੁਲਾਮ ਬਣਾਉਣ ਵਾਸਤੇ ਮਜ਼ਦੂਰਾਂ ਨੂੰ। ਜਿਹੜੀਆਂ ਧਾਰਮਿਕ ਜਥੇਬੰਦੀਆਂ ਸਾਡਾ ਸਾਥ ਨਹੀਂ ਦੇਣਗੀਆਂ, ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਜਿਹੜੇ ਨਿਹੰਗ ਸਿੰਘਾਂ ਨੇ ਆਵਾਜ਼ ਚੁੱਕੀ ਆ ਵੀ ਉਹਨਾਂ ਨਾਲ ਦਲ ਪੰਥਾਂ 'ਚ ਵਿਤਕਰੇ ਹੋ ਰਹੇ ਆ, ਸਾਨੂੰ ਸਾਰੇ ਮਜ਼੍ਹਬੀ ਸਿੰਘਾਂ ਨੂੰ ਰਲ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ। ਤੇ ਜਿਹੜੀ ਧਾਰਮਿਕ ਜਥੇਬੰਦੀ ਖੁੱਲ੍ਹ ਕੇ ਸਾਥ ਨਹੀਂ ਆਉਂਦੀ, ਉਹਦਾ ਬਾਈਕਾਟ ਕਰੋ। ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।